ਉਹਦੇ ਮਾਲਕ ਨੂੰ ਅਗਰ ਕੋਈ ਕੁਝ ਕਹੇਗਾ ਤਾਂ ਉਹਨੇ ਇਮੀਡੀਏਟ ਉਹਨੂੰ ਤੁਸੀਂ ਦੇਖਿਆ ਹੱਥ ਮਾਰਿਆ, ਉਹਨੇ ਸਿਰਫ ਹੱਥ ਹੀ ਟੱਚ ਕੀਤਾ ਸੀਗਾ ਤਾਂ ਉਹਨੇ ਸਿੱਧਾ ਉਹਨੂੰ ਫੜ ਲਿਆ। ਸੋ ਇਹਨਾਂ ਨੂੰ ਅਸੀਂ ਗਾਰਡ ਡੌਗ ਟ੍ਰੇਨਿੰਗ ਕਹਿੰਦੇ ਹਾਂ, ਜਿਹਦੇ 'ਚ ਕਿ ਇਹਨੇ ਆਪਣੇ ਮਾਲਕ ਨੂੰ ਪ੍ਰੋਟੈਕਟ ਕਰਨਾ ਹੈ ਹਮੇਸ਼ਾ। ਸੋ ਇਹਨੂੰ ਗਾਰਡ ਡੌਗ ਜਨਰਲੀ ਤੁਸੀਂ ਫਾਰਮ ਹਾਊਸਸ 'ਤੇ ਜਾਂ ਵੱਡੇ ਬਿਜ਼ਨਸਮੈਨ ਪੋਲੀਟੀਸ਼ੀਅਨਸ ਹੋ ਗਏ, ਉਹ ਆਪਣੇ ਲਈ ਰੱਖਦੇ ਹਨ ਤਾਂ ਕਿ ਉਹਨਾਂ ਨੂੰ ਕੋਈ ਕੁਝ ਕਹੇ ਤਾਂ ਡੌਗ ਇਮੀਡੀਏਟਲੀ ਜਾ ਕੇ ਫੜ ਸਕਦਾ। ਇਹ ਬੰਦਾ ਜਿਹੜਾ ਹੈ ਕਿ ਇਹ ਸ਼ਰਾਰਤੀ ਅਨਸਰ ਹੈ, ਤਾਂ ਉਹਦਾ ਜਿਹੜਾ ਮਾਸਟਰ ਹੈ ਉਹਨੇ ਕਮਾਂਡ ਦੇਣੀ, ਹਾਲੀ ਤੱਕ ਉਹਨੂੰ ਦੇਖ ਰਿਹਾ, ਉਹਨੂੰ ਉਹ ਐਕਸਾਈਟ ਕਰ ਰਿਹਾ ਕਿ ਤੂੰ ਆ ਮੈਨੂੰ। ਜਦ ਤੱਕ ਉਹਦੇ ਮਾਸਟਰ ਨੇ ਨਹੀਂ ਕਹਿਣਾ ਉਹਨੇ ਉਹਨੂੰ ਫੜਨਾ ਨਹੀਂ ਹੈ। ਤੂੰ ਜਸਟ ਸੀ ਉਹਨੇ ਕਿਵੇਂ ਕਰਨਾ। ਉਹਨੇ ਇੱਕ ਵਾਰੀ ਕਮਾਂਡ ਦਿੱਤੀ ਹੈ, ਦੇਖੋ ਉਹਨੇ ਜਾ ਕੇ ਸਿੱਧਾ ਉਹਨੂੰ ਜਾ ਕੇ ਫੜ ਲਿਆ। ਹਾਂ, ਉਹਨੂੰ ਡੰਡੇ ਨਾਲ ਵੀ ਮਾਰਨ ਦੀ ਕੋਸ਼ਿਸ਼ ਕਰੂਗਾ ਬਟ ਉਹਨੇ ਉਹਨੂੰ ਛੱਡਣਾ ਨਹੀਂ ਜਦ ਤੱਕ ਉਹਦਾ ਮਾਸਟਰ ਨਹੀਂ ਕਹਿੰਦਾ ਤੂੰ ਉਹਨੂੰ ਛੱਡ ਦੇ, ਉਹਨੇ ਨਹੀਂ ਛੱਡਣਾ। ਤਾਂ ਅਸੀਂ ਉਹ ਡੌਗ ਨੂੰ ਟ੍ਰੇਨ ਕੀਤਾ ਹੋਇਆ ਲਾਹਨ ਨੂੰ ਕਿਵੇਂ ਲੱਭਣਾ ਹੈ। ਸੋ ਇਹ ਹੁਣ ਤੁਹਾਨੂੰ ਦਿਖਾਉਂਦੇ ਹਾਂ ਕਿਵੇਂ ਲੱਭਦਾ। ਉਹਦੀ ਟ੍ਰੇਨਰ ਲੈ ਕੇ ਜਾ ਰਹੀ ਹੈ, ਇਹਦਾ ਨਾਮ ਮਿਤਾਲੀ ਰਾਣਾ ਹੈ। ਇਹਨੇ ਆਪਣਾ ਸਰਚ ਕਰਨਾ, ਸਰਚ ਕਰਕੇ ਨੇ ਦੇਖਣਾ ਕਿੱਥੇ ਹੈ। ਜਿੱਥੇ ਦੱਬਿਆ ਹੋਏਗਾ ਤੁਸੀਂ ਦੇਖੋਗੇ ਡੌਗ ਨੇ ਆਪਣੇ ਜਿਹੜੀ ਉਹਦੀ ਹੈਂਡਲਰ ਹੈ ਉਹਨੂੰ ਉਹਨੇ ਇਨਫੋਰਮ ਉਹਨੂੰ ਅਲਰਟ ਕਰਨਾ। ਇਹਨਾਂ ਦਾ ਅਲਰਟ ਕਰਨ ਦਾ ਸਾਈਨ ਡਿਫਰੈਂਟ ਹੁੰਦਾ ਹੈ। ਆਹ ਦੇਖੋ ਉੱਥੇ ਉਹਨੂੰ ਦੱਸ ਰਿਹਾ ਕੀ ਹੈ, ਘੁਮਾ ਕੇ ਜਿੱਥੇ ਉਹਨੂੰ ਲੱਗੇਗਾ ਇਹ ਪਹਿਲਾਂ ਪੱਟ ਕੇ ਦੇਖਦੇ ਹਾਂ ਕੁਛ ਹੈ ਤਾਂ ਨਹੀਂ। ਹੱਥ ਨੂੰ ਜਿੱਥੇ ਲੱਗ ਗਿਆ ਇਹਨੇ ਉੱਥੇ ਬੈਠ ਜਾਣਾ। ਹਾਲੀ ਪੱਟ ਰਿਹਾ, ਇਹਨੂੰ ਲੱਗਿਆ ਉੱਥੇ ਕੁਛ ਹੈ। ਤੁਸੀਂ ਦੇਖੋ ਹੋਰ ਵੀ ਕਈ ਥਾਵਾਂ ਨੇ ਪੱਟੀਆਂ ਸੀ ਬਟ ਉੱਥੇ ਨੂੰ ਕੁਛ ਮਿਲਿਆ ਨਹੀਂ ਸੀਗਾ। ਆ ਬੈਠ ਗਿਆ, ਹਾਂ ਇਟ ਮੀਨਸ ਇੱਥੇ ਹੈ, ਹਾਂ ਹੈ। ਉਹਨੇ ਅਲਰਟ ਕਰਤਾ, ਉਹ ਦੇਖੋ ਉਹਨੂੰ ਫਿਰ ਉਸ ਹਿਸਾਬ ਨਾਲ ਉਹਨੂੰ ਰਿਵਾਰਡ ਮਿਲ ਗਿਆ। ਜਾਂ ਤਾਂ ਲੱਭ ਲਿਆ ਗੁੱਡ ਬॉय। ਟ੍ਰੇਨਿੰਗ ਦੇ ਵਿੱਚ ਅੱਜ ਕੱਲ੍ਹ ਹੈਗਾ ਇਹ ਹੁਣ ਡਿਪਲੋਏ ਹੋਣਾ ਹੈਗਾ ਸਿੱਕਮ ਪੁਲਿਸ ਵਾਸਤੇ। ਦੈਨ ਉਸ ਤੋਂ ਬਾਅਦ ਇਹ ਅੱਗੇ ਆ ਗਿਆ ਆਪਣਾ ਮੈਮ ਲੈਬ ਹੈ, ਫੀਮੇਲ ਹੈ। ਇਹ ਆਪਣੀ ਇਸ ਟਾਈਮ ਹਰਿਆਣਾ ਜੇਲ੍ਹ ਵਾਸਤੇ ਤਿਆਰ ਹੋ ਰਹੀ ਹੈ। ਬਲੈਕ ਬੈਲਜੀਅਮ ਦੇ ਵਿੱਚ ਇਹ ਇਸ ਟਾਈਮ ਜੇਲ੍ਹ ਵਾਸਤੇ ਤਿਆਰ ਹੋ ਰਿਹਾ, ਨਾਰਕੋਟਿਕਸ ਪਲੱਸ ਫੋਨ ਡਿਟੈਕਸ਼ਨ ਵਾਸਤੇ। ਅਤੇ ਅੱਗੇ ਕੰਟੀਨਿਊਸਲੀ ਲੈਬ ਬੈਲਜੀਅਨ, ਅਗੇਨ ਇਹ ਬੈਲਜੀਅਨ, ਇਹ ਲੈਬ, ਇਹ ਵੀ ਲੈਬ, ਇਹ ਸਾਰੇ ਹਰਿਆਣਾ ਜੇਲ੍ਹ ਵਾਸਤੇ ਤਿਆਰ ਹੋ ਰਹੇ। ਤੁਹਾਡੇ ਟ੍ਰੇਨ ਕੀਤੇ ਡੌਗਸ ਹੁਣ ਤੱਕ ਕਿਹੜੇ ਭਾਰਤ ਵਿੱਚ ਕਿੱਥੇ ਡਿਪਲੋਏ ਹੋਏ ਨੇ? ਸਾਡੇ ਜੀ ਤੁਹਾਨੂੰ ਮਨੀਪੁਰ ਪੁਲਿਸ ਨੇ ਸਾਡੇ ਤੋਂ, ਸਿੱਕਿਮ ਪੁਲਿਸ ਕੋਲ ਹੈ, ਅਸਾਮ ਰਾਈਫਲਸ ਕੋਲ ਹੈ, JNK ਪੁਲਿਸ ਕੋਲ, ਕੇਰਲਾ ਕੋਲ, ਪੰਜਾਬ ਦੇ ਵਿੱਚ ਸਾਡੇ ਡਿਪਲੋਏ, ਪੰਜਾਬ ਜੇਲ੍ਹਾਂ 'ਚ ਵੀ ਪੰਜਾਬ ਪੁਲਿਸ ਹੋ ਗਿਆ, ਹਰਿਆਣਾ ਪੁਲਿਸ, ਹਰਿਆਣਾ ਜੇਲ੍ਸ ਦੇ ਵਿੱਚ ਹੋ ਗਿਆ ਸਾਡੇ ਕੋਲ। ਹੁਣ ਇਸ ਤੋਂ ਇਲਾਵਾ ਇਨਫੈਕਟ ਹੁਣ ਆਰਮੀ ਵੀ ਸਾਡੇ ਤੋਂ ਪਪਸ ਲੈਣਾ ਸਟਾਰਟ ਕਰ ਰਹੀ ਹੈ ਕਿਉਂਕਿ ਜਦੋਂ ਉਹਨਾਂ ਨੇ ਸਾਡਾ ਬਰੀਡਿੰਗ ਪ੍ਰੋਗਰਾਮ ਦੇਖਿਆ ਸੋ ਦੇ ਵਰ ਵੈਰੀ ਇੰਪ੍ਰੈਸਡ। ਨਾਓ ਦੇ ਵਿਲ ਬੀ ਸਟਾਰਟ ਬਾਇੰਗ ਪਪਸ ਫਰੋਮ ਅਸ। ਜਿਹੜਾ ਡੌਗ ਹੈ, ਡੌਗ ਨੂੰ ਡੌਗ ਦੀ ਲਾਈਫ ਜੀਣੀ, ਯਾਨੀ ਕੁੱਤੇ ਨੂੰ ਕੁੱਤੇ ਦੀ ਜ਼ਿੰਦਗੀ ਜੀਣ ਦਿਓ, ਉਹਨੂੰ ਤੁਸੀਂ ਬੱਚਾ ਨਾ ਬਣਾਓ। ਅਸੀਂ ਜਦ ਉਹਨੂੰ ਬੱਚਾ ਬਣਾ ਲੈਂਦੇ ਹਾਂ ਉਹ ਫਿਰ ਟ੍ਰੇਨ ਨਹੀਂ ਹੋ ਪਾਉਂਦਾ, ਉਹ ਫਿਰ ਪਰਫਾਰਮ ਨਹੀਂ ਕਰਦਾ। ਸਾਡਾ ਟ੍ਰੇਨਿੰਗ ਪ੍ਰੋਗਰਾਮ ਹੈ ਇਹ ਸਾਰਾ ਅਸੀਂ US ਦੇ ਨਾਲ ਉੱਥੇ ਉਹਨਾਂ ਦੀ ਇੱਕ ਆਰਗੇਨਾਈਜੇਸ਼ਨ ਹੈ ਨੋਨ ਐਜ਼ ATF, ਅਲਕੋਹਲ ਟੋਬੈਕੋ ਐਂਡ ਫਾਇਰ ਆਰਮਸ, ਜਿਹੜੇ ਕਿ ਡੌਗ ਟ੍ਰੇਨ ਕਰਦੇ ਆ ਫੂਡ ਰਿਵਾਰਡ ਪ੍ਰੋਗਰਾਮ 'ਤੇ। ਫੂਡ ਰਿਵਾਰਡ ਦਾ ਮਤਲਬ ਕੀ ਹੈ ਕਿ ਜਦੋਂ ਡੌਗ ਨੇ ਕੁਛ ਲੱਭਿਆ ਉਹਨੂੰ ਉਹਦਾ ਇਨਾਮ ਮਿਲਦਾ ਖਾਣਾ, ਤਾਂ ਉਹਦਾ ਇੰਟਰਸਟ ਹਮੇਸ਼ਾ ਬਣਿਆ ਰਹਿੰਦਾ ਡੌਗ ਦਾ ਕੰਮ ਕਰਨ ਦਾ। ਦੈਟ ਇਜ਼ ਦ ਰੀਜ਼ਨ ਸਾਡੇ ਡੌਗਸ ਦੀ ਪਰਫਾਰਮੈਂਸ ਬੜੀ ਚੰਗੀ ਰਹਿੰਦੀ ਹੈ। ਕਿੰਨੇ ਸਾਲ ਹੋ ਗਏ ਇੱਥੇ ਟ੍ਰੇਨ ਕਰਦੇ ਨੂੰ? ਅਸੀਂ ਇਹ ਇੰਸਟੀਚਿਊਟ ਦੀ 2015 'ਚ ਸਟਾਰਟ ਹੋਇਆ ਸੀਗਾ ਐਂਡ 2016 'ਚ ਸਾਡਾ ਫਸਟ ਬੈਚ ਤਿਆਰ ਹੋ ਕੇ ਪੰਜਾਬ ਪੁਲਿਸ ਨੇ ਲਿੱਤੇ ਸੀ 27 ਡੌਗਸ, ਜਿਹੜੇ ਕਿ ਡਿਫਰੈਂਟ ਡਿਸਟ੍ਰਿਕਟਸ ਡਿਪਲੋਏ ਹੋਏ ਸੀ। ਅਤੇ ਉਦੋਂ ਦੀ ਗੱਲ ਹੈ ਕਿ ਇਲੈਕਸ਼ਨ ਕਮਿਸ਼ਨ ਨੇ ਵੀ ਸਾਨੂੰ ਰਿਕੁਐਸਟ ਕੀਤੀ ਸੀ, ਫਸਟ ਟਾਈਮ ਇੰਡੀਅਨ ਹਿਸਟਰੀ 'ਚ ਹੋਇਆ ਸੀ ਕਿ ਇਲੈਕਸ਼ਨ ਕਮਿਸ਼ਨ ਨੇ ਪੰਜਾਬ ਦੇ ਵਿੱਚ ਡੌਗਸ ਡਿਪਲੋਏ ਕੀਤੇ ਸੀ। ਅਤੇ ਜਿਸ ਦਿਨ ਡੌਗ ਡਿਪਲੋਏ ਸੀ ਉਸੇ ਦਿਨ ਤੋਂ ਉਹਨਾਂ ਨੇ ਡਿਫਰੈਂਟ ਨਾਕਿਆਂ 'ਤੇ ਨਾਰਕੋਟਿਕਸ ਪਕੜਨੇ ਸ਼ੁਰੂ ਕਰਤੇ ਸੀ। ਉਹ ਫਸਟ ਟਾਈਮ ਹਿਸਟਰੀ 'ਚ ਹੋਇਆ ਸੀ। ਰੀਜ਼ਨ ਆਹੀ ਸੀ ਕਿਉਂਕਿ ਅਸੀਂ ਐਕਚੁਅਲ ਨਾਰਕੋਟਿਕਸ 'ਤੇ ਟ੍ਰੇਨ ਕੀਤਾ ਸੀਗਾ, ਸੋ ਬੜਾ ਅੱਛਾ सक्सेस रहा। नॉट इवन ओनली इन पंजाब की, भारत में भी लड़कियां बहुत कम हैं, तो पेरेंट्स को कोई आपत्ति नहीं? नहीं, बिल्कुल भी नहीं। पेरेंट्स को डॉग पसंद नहीं है, वो मुझे बहुत है। उनको कोई प्रॉब्लम नहीं है, वो प्राउड फील करते हैं कि लड़कियां, आपको पता है इस प्रोफेशन में बहुत ही कम होती हैं जो डॉग्स के साथ काम करती है। मैक्सिमम डॉग से डरते ही हैं, बट आई लव डॉग्स। पहला ट्रेनिंग सेंटर है भारत का जिथे सिर्फ इंपोर्ट होंगे डॉग्स, इंडिया के कोई डॉग्स ब्रीड नहीं? ਨਹੀਂ, ਅਸੀਂ ਇੰਡੀਆ ਦੇ ਵਿੱਚੋਂ ਕੋਈ ਡੌਗ ਲੈਂਦੇ, ਸਾਡੇ ਕੋਲ ਲਾਇਸੈਂਸ ਹੈ ਗਵਰਨਮੈਂਟ ਆਫ ਇੰਡੀਆ ਤੋਂ। ਅਸੀਂ ਸਾਰੇ ਡੌਗਸ ਬਾਹਰੋਂ ਹੀ ਇੰਪੋਰਟ ਕੀਤੇ ਹਨ।
ਸਾਡੇ ਡੌਗਸ ਹੈ, ਸਾਡੇ ਕੋਲ ਆਪਣੇ ਡੌਗਸ ਦਾ ਪੂਰਾ ਜੀਨ ਪੂਲ ਹੈ। ਸਾਨੂੰ ਉਹਨਾਂ ਦੇ ਪੜਦਾਦਿਆਂ ਦੇ ਵੀ ਪੁਸ਼ਤਾਂ ਦਾ ਪਤਾ 10 ਜਨਰੇਸ਼ਨ ਦੀ ਹਿਸਟਰੀ ਹੈ ਡੌਗ ਦੀ। ਸਾਨੂੰ ਪਤਾ ਹੁੰਦਾ ਹੈ ਕਿ ਉਹ ਕਿਹੜੀ ਹੈ ਉਹਨਾਂ ਦੀ ਬਲੱਡ ਲਾਈਨ ਸੀ। ਅਸੀਂ ਉਹਨਾਂ ਨੂੰ ਯੂਜ਼ ਕਰਕੇ ਅਸੀਂ ਡੌਗਸ ਨੂੰ ਬਰੀਡ ਕਰਦੇ ਹਾਂ। ਤੇ ਜਿਹੜੇ ਸਾਡੇ ਇਨੀਸ਼ੀਅਲੀ ਟ੍ਰੇਨਰਸ ਆਉਂਦੇ ਸੀ ਉਹ ਮੇਰੇ ਸਾਰੇ US ਤੋਂ ਆਉਂਦੇ ਸੀ, ਜਿਹਨੂੰ ਆਪਾਂ ਪੰਜਾਬੀ ਕਹਿੰਦੇ ਗੋਰੇ ਹੁੰਦੇ ਸੀ। ਗੋਰੇ ਆਉਂਦੇ ਸੀ ਇੱਥੇ ਡੌਗਸ ਟ੍ਰੇਨ ਕਰਦੇ ਸੀਗੇ। ਉਹਨਾਂ ਨੇ ਫਿਰ ਸਾਡੇ ਮੇਰੇ ਜਿਹੜੇ ਇੱਥੇ ਟ੍ਰੇਨਰ ਸੀਗੇ ਉਹਨਾਂ ਨੂੰ ਟ੍ਰੇਨ ਕੀਤਾ, ਅਸੀਂ ਉਹਨਾਂ ਤੋਂ ਸਰਟੀਫਾਈ ਹੋਏ। ਫਿਰ ਹੁਣ ਅਸੀਂ ਆਪ ਟ੍ਰੇਨਿੰਗ ਕਰਦੇ ਹਾਂ ਤਾਂ ਕਿ ਸਾਡੀ ਕਾਸਟ ਵੀ ਘੱਟ ਗਈ। ਪਹਿਲਾਂ ਕਾਸਟ ਕਾਫੀ ਹੁੰਦੀ ਸੀ, ਉਹ ਹੁਣ ਸਾਡੀ ਕਾਸਟ ਘੱਟ ਗਈ ਹੈ। ਅਸੀਂ 45 to 60 ਡੇਜ਼ 'ਚ ਇਹਦੀ ਡਰਾਈਵਸ ਦੇਖਦੇ ਹਾਂ, ਡੌਗ ਦੇ ਕਰੈਕਟਰਿਸਟਿਕਸ ਦੇਖਦੇ ਹਾਂ, ਹਾਵ ਭਾਵ ਦੇਖਦੇ ਹਾਂ। ਜਿਵੇਂ ਆਪਾਂ ਕਹਿੰਦੇ ਹਾਂ ਬੱਚਾ 11ਵੀਂ 12ਵੀਂ ਜਾ ਕੇ ਆਪਣਾ ਕੈਰੀਅਰ ਡਿਸਾਈਡ ਕਰਦਾ ਹੈ, ਉਹਨੇ ਮੈਡੀਕਲ ਲੈਣਾ ਹੈ, ਕਾਮਰਸ ਲੈਣਾ ਹੈ ਜਾਂ ਇੰਜੀਨੀਅਰ ਬਣਨਾ ਹੈ। ਉਸੇ ਤਰੀਕੇ ਨਾਲ ਇਹ ਵੀ ਉਹਨਾਂ ਦਾ ਟਾਈਮ ਪੀਰੀਅਡ ਹੁੰਦਾ ਜਿਸ 'ਚ ਅਸੀਂ ਦੇਖਦੇ ਹਾਂ ਡੌਗ ਨੇ ਕਿਸ ਟ੍ਰੇਡ ਦੇ ਵਿੱਚ ਜਾਣਾ, ਕੀ ਕਰਨਾ। ਸੋ ਅਸੀਂ ਉਦੋਂ ਸਿਲੈਕਟ ਕਰਦੇ ਹਾਂ। ਕਈ ਡੌਗਸ ਹੁੰਦੇ ਆ ਫੂਡ ਦੇ ਉੱਤੇ ਬੜੇ ਅਟਰੈਕਟ ਹੁੰਦੇ ਆ, ਕਈ ਬੋਲ ਨਾਲ ਹੁੰਦੇ ਆ, ਕਈ ਸਿਰਫ ਆਵਾਜ਼ ਦੇ ਨਾਲ ਹੁੰਦੇ ਆ, ਸੋ ਕਈ ਟੌਇਜ਼ ਦੇ ਨਾਲ ਹੁੰਦੇ ਆ। ਸੋ ਅਸੀਂ ਉਹਨਾਂ ਦੇ ਅੰਦਰ ਜਿਹੜੇ ਕਰੈਕਟਰਿਸਟਿਕਸ ਦੇਖਦੇ ਹਾਂ ਉਸ ਹਿਸਾਬ ਨਾਲ ਫਿਰ ਡੌਗ ਨੂੰ ਅਸੀਂ ਉਸੇ ਪਰਟੀਕੂਲਰ ਟ੍ਰੇਡ ਦੇ ਵਿੱਚ ਕਰਦੇ ਹਾਂ, ਐਕਸਪਲੋਸਿਵਸ ਦੇ ਵਿੱਚ। ਤੁਸੀਂ ਦੇਖੋਗੇ ਇਹਨੇ ਸਿਰਫ ਆਪਣੇ ਮਾਸਟਰ ਵੱਲ ਹੀ ਦੇਖਣਾ ਹੈ, ਸਾਡੇ ਕਿਸੇ ਵੱਲ ਇਹਨੂੰ ਕੋਈ ਡਿਸਟਰੈਕਸ਼ਨ ਨਹੀਂ। ਮੀਂਹ ਦੇ ਵਿੱਚ ਵੀ ਇਹਨੂੰ ਕੋਈ ਇਸ਼ੂ ਨਹੀਂ ਹੈ ਕੰਮ ਕਰਨ ਦਾ। ਇਹਨੇ ਮੀਂਹ ਦੇ ਵਿੱਚ ਵੀ ਕੰਮ ਕਰੀ ਜਾਣਾ। ਇਹਨੇ ਸਿਰਫ ਇਹੀ ਦੇਖਣਾ ਹੈ ਕਿ ਹੋ ਕੀ ਰਿਹਾ। ਉਹ ਛੋਟਾ ਡੌਗ ਤੁਸੀਂ ਦੇਖਿਆ ਹੋਏਗਾ, ਉਹਦੇ ਵੱਲ ਵੀ ਨਹੀਂ ਦੇਖਣਾ, ਇਹਨੂੰ ਕੋਈ ਡਿਸਟਰੈਕਸ਼ਨ ਨਹੀਂ ਹੈ। ਮੈਕਸਿਮਮ 1 ਘੰਟਾ ਕੰਟੀਨਿਊ ਕੰਮ ਕਰ ਸਕਦੇ ਆ। ਬਟ ਇਹ ਬਰੀਡ ਇਹੋ ਜਿਹੀ ਹੈ ਕਿ ਅਗਰ ਇੱਕ ਪਾਸੇ ਤੁਸੀਂ ਫੂਡ ਰੱਖੋ, ਇੱਕ ਪਾਸੇ ਬਾਲ ਰੱਖੋ ਔਰ ਇੱਕ ਪਾਸੇ ਤੁਸੀਂ ਕੁਝ ਵੀ ਮਤਲਬ ਕਿ ਬਾਈਟ ਵਰਕ ਰੱਖ ਦਿਓ। ਇਹਨਾਂ ਦੀ ਫਸਟ ਪ੍ਰੈਫਰੈਂਸ ਹੋਗੀ ਬਾਈਟ, ਸੈਕੰਡ ਪ੍ਰੈਫਰੈਂਸ ਹੋਗੀ ਬਾਲ, ਥਰਡ ਪ੍ਰੈਫਰੈਂਸ ਇਹਨਾਂ ਦੀ ਫੂਡ। ਸੋ ਇਹਨਾਂ ਨੂੰ 24 ਘੰਟੇ ਇਹਨਾਂ ਦਾ ਮਤਲਬ ਕਿ ਹੈ ਹੀ ਐਵੇਂ ਮਤਲਬ ਕਿ ਬਿਲਟ ਅਪ ਹੀ ਐਵੇਂ ਦਾ ਹੈ। ਇਸੀ ਕਰਕੇ ਇਹ ਮਤਲਬ ਕਿ ਵਰਲਡ ਦੀ ਬੈਸਟ ਬਰੀਡ ਮੰਨੀ ਜਾਂਦੀ ਹੈ ਫॉर ਵਰਕਿੰਗ ਲਾਈਨ ਡੌਗਸ। ਟ੍ਰੇਨਿੰਗਸ ਲਈ ਅਸੀਂ ਏਰੀਆ ਵੀ ਹੈ, ਸਾਡੇ ਕੋਲ ਜੰਗਲ ਟਰੈਕ ਏਰੀਆ ਬਣਾਇਆ ਹੋਇਆ ਜਿੱਥੇ ਸਾਡੇ ਕੁਝ ਡੌਗਸ ਨੈਕਸਲਾਈਟ ਦੇ ਏਰੀਆ 'ਚ ਡਿਪਲੋਏ ਹੁੰਦੇ ਆ। ਉਹਨਾਂ ਨੂੰ ਅਸੀਂ ਉਹੋ ਜਿਹਾ ਇਨਵਾਇਰਨਮੈਂਟ ਦਿੰਦੇ ਜਿੱਥੇ ਕਿ ਉਹਨਾਂ ਨੇ ਡਿਪਲੋਏ ਹੋਣਾ ਹੈ। ਫਿਰ ਅਸੀਂ ਇਹਨਾਂ ਦਾ ਸਵਿਮਿੰਗ ਪੂਲ ਬਣਾਇਆ ਹੋਇਆ ਜਿੱਥੇ ਇਹਨਾਂ ਨੂੰ ਯੂਜ਼ ਕਰਦੇ ਹਾਂ, ਪੌਂਡ ਹੈ। ਫਿਰ ਇਹਨਾਂ ਦੇ ਰੂਮਸ ਹੈਗੇ, ਜਿਵੇਂ ਸਾਡੇ ਕੁਝ ਡੌਗਸ ਜੇਲ੍ਹਾਂ ਦੇ ਵਿੱਚ ਡਿਪਲੋਇਡ ਹੈ। ਹਰਿਆਣਾ ਜੇਲਸ ਦੇ ਵਿੱਚ ਸਾਡੇ ਡੌਗਸ ਹੈ, ਪੰਜਾਬ ਦੇ ਵਿੱਚ ਹੈ, ਜਿਹਦੇ ਸਾਡੇ ਵੀ ਆਪਣੇ ਹੈਂਡਲਰਸ ਨਾਲ ਹੈ। ਉਹਨਾਂ ਨੂੰ ਉਹ ਜਿਹਾ ਇਨਵਾਇਰਨਮੈਂਟ ਦੇਣ ਲਈ ਅਸੀਂ ਇੱਥੇ ਛੋਟੀ ਜਿਹੀ ਜੇਲ੍ਹ ਬਣਾਈ ਹੋਈ ਹੈ ਜਿੱਥੇ ਕਿ ਇਹਨਾਂ ਨੂੰ ਅਸੀਂ ਡੌਗਸ ਨੂੰ ਯੂਜ਼ ਕਰਦੇ ਹਾਂ, ਟ੍ਰੇਨ ਕਰਦੇ ਹਾਂ। ਅਪਾਰਟ ਫਰੋਮ ਦੈਟ ਅਸੀਂ ਕੈਡਾਵਰ ਡੌਗਸ ਹੁੰਦੇ ਹਨ ਜਿਹੜੇ ਕਿ ਡੈਡ ਬੋਡੀਜ਼ ਲੱਭਦੇ ਆ, ਉਹ ਵੀ ਅਸੀਂ ਟ੍ਰੇਨ ਕਰਨੇ ਸਟਾਰਟ ਕੀਤੇ ਹੋਏ ਆ। ਉਹਨਾਂ ਦੀ ਟ੍ਰੇਨਿੰਗ ਪੀਰੀਅਡ ਥੋੜਾ ਲੰਬਾ ਹੁੰਦਾ, ਉਹ ਵੀ ਸਾਡਾ ਬੈਚ ਹੈ ਜਿਹੜਾ ਦਸੰਬਰ 'ਚ ਫਸਟ ਪਾਸ ਆਊਟ ਹੋ ਜਾਏਗਾ। ਅਗਰ ਆਪਾਂ ਇਹਨਾਂ ਨੂੰ ਮਤਲਬ ਕਿ 10% ਪਿਆਰ ਦੇਵਾਂਗੇ ਤਾਂ ਇਹ ਆਪਾਂ ਨੂੰ ਮਤਲਬ ਕਿ 100% ਉਹਦਾ ਇਨ ਰਿਟਰਨ ਦੇਵਾਂਗੇ ਐਂਡ 1000% ਰਿਸਪੈਕਟ ਦੇਵਾਂਗੇ। ਮਤਲਬ ਕਿ ਬੇਸਿਕਲੀ ਅੱਜ ਮੈਂ ਜੋ ਵੀ ਹੈਗਾ ਇਹਦੇ 'ਚ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਬੜਾ ਹੱਥ ਕਰਨਲ ਦਾ ਵੀ ਹੈਗਾ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ। ਮੈਂ ਹਾਂ ਜਸਨੂਰ ਤਵਨ। ਅਕਸਰ ਤੁਸੀਂ ਡੌਗਸ ਦੀ ਟ੍ਰੇਨਿੰਗ ਦੇਖੀ ਹੋਏਗੀ, ਬਹੁਤ ਜਗ੍ਹਾ ਤੇ ਉਹਨਾਂ ਨੂੰ ਡਿਪਲੋਏ ਕੀਤਾ ਹੁੰਦਾ ਹੈ, ਅਲੱਗ-ਅਲੱਗ ਫੀਲਡ ਦੇ ਵਿੱਚ ਕੰਮ ਕਰਦੇ ਨੇ। ਪਰ ਡੌਗਸ ਦੀ ਅਸਲ ਟ੍ਰੇਨਿੰਗ ਭਾਰਤ ਵਿੱਚ ਜਿੱਥੇ ਹੁੰਦੀ ਹੈ, ਪੰਜਾਬ ਦੀ ਇਹ ਜਗ੍ਹਾ ਹੈ ਜਿੱਥੇ ਅੱਜ ਤੁਹਾਨੂੰ ਲੈ ਕੇ ਪਹੁੰਚੇ ਹਾਂ। ਡੌਗਸ ਦੀ ਟ੍ਰੇਨਿੰਗ ਕਿੱਦਾਂ ਹੁੰਦੀ ਹੈ, ਵੱਖ-ਵੱਖ ਫੀਲਡਸ ਵਿੱਚ ਕਿੱਦਾਂ ਉਹਨਾਂ ਨੂੰ ਭੇਜਿਆ ਜਾਂਦਾ ਹੈ, ਕਿਹੜੇ-ਕਿਹੜੇ ਜਗ੍ਹਾਵਾਂ ਤੇ ਉਹਨਾਂ ਨੂੰ ਪੰਜਾਬ ਦੀ ਇਸ ਧਰਤੀ ਤੋਂ ਟ੍ਰੇਨ ਕਰਕੇ ਭੇਜਿਆ ਜਾਂਦਾ। ਸਿਰਫ ਬਾਹਰਲੇ ਡੌਗਸ ਨੇ ਇੰਪੋਰਟ ਕੀਤਾ ਜਾਂਦਾ, ਉਹਨਾਂ ਨੂੰ ਇੱਥੇ ਬਰੀਡਿੰਗ ਹੁੰਦੀ, ਉਸ ਤੋਂ ਬਾਅਦ ਟ੍ਰੇਨ ਹੁੰਦੇ ਨੇ। ਕਿੰਨਾ ਸਮੇਂ ਲੱਗਦਾ ਹੈ, ਕਿਹੜੀ-ਕਿਹੜੀ ਬਰੀਡਸ ਮੌਜੂਦ ਨੇ ਤੇ ਕਿਸ ਤਰ੍ਹਾਂ ਟ੍ਰੇਨਿੰਗ ਹੁੰਦੀ ਹੈ, ਪੂਰੀ ਲਾਈਵ ਟ੍ਰੇਨਿੰਗ ਵੀ ਦਿਖਾਵਾਂਗੇ। ਤੇ ਜੋ ਟ੍ਰੇਨ ਕਰਦੇ ਨੇ ਡੌਗਸ ਨੂੰ, ਸਾਡੇ ਨਾਲ ਇਸ ਵਕਤ ਮੌਜੂਦ ਨੇ ਨੂਤਨ ਸਿੰਘ ਜੀ। ਸਰ, ਬਹੁਤ-ਬਹੁਤ ਸਵਾਗਤ ਹੈ ਡੇਲੀ ਪੋਸਟ ਪੰਜਾਬੀ ਤੇ। ਥੈਂਕ ਯੂ ਜੀ। ਸਵਾਲ ਮੇਰਾ ਇਹ ਹੋਏਗਾ ਕਿ ਬਹੁਤ ਸੇ ਡੌਗਸ ਦੀ ਟ੍ਰੇਨਿੰਗ ਦੇਖੀ ਅਸੀਂ ਅੱਜ ਇੱਥੇ ਵੀ ਆਏ, ਲਾਈਵ ਟ੍ਰੇਨਿੰਗ ਵੀ ਦੇਖੀ। ਕਿੰਨੇ ਡੌਗਸ ਨੇ, ਕਿਹੜੀਆਂ ਬਰੀਡਸ ਨੇ, ਕਿਹੜੇ-ਕਿਹੜੇ ਫੀਲਡਸ ਵਿੱਚ ਡੌਗਸ ਨੂੰ ਟ੍ਰੇਨ ਕਰਕੇ ਭੇਜ ਰਹੇ ਹੋ? ਸਾਡੇ ਕੋਲ ਟੋਟਲ 108 ਡੌਗ ਹੈ ਐਜ਼ ਆਫ ਟੁਡੇ। ਤੇ ਬਰੀਡ ਸਾਡੇ ਕੋਲ ਅਸੀਂ 4 ਮੇਨ ਬਰੀਡਸ ਹੈ। ਇੱਕ ਤਾਂ ਬੈਲਜੀਅਨ ਮੈਲਨੋਇਸ ਹਨ, ਵਰਕਿੰਗ ਲਾਈਨ ਜਰਮਨ ਸ਼ੈਪਰਡਸ ਹੈ, ਸਾਡੇ ਕੋਲ ਲੈਬਰਾਡੋਰ ਰਿਟਰੀਵਰਸ ਹੈਗੇ ਤੇ ਪਲੱਸ ਬੀਗਲ ਹੈ। ਇਹ ਡੌਗਸ ਹੈ ਸਾਡੇ ਕੋਲ ਜਿਨ੍ਹਾਂ ਨੂੰ ਅਸੀਂ ਡਿਫਰੈਂਟ ਟ੍ਰੇਡਸ ਦੇ ਉੱਤੇ ਟ੍ਰੇਨ ਕਰਕੇ ਡਿਪਲੋਏ ਹੁੰਦੇ ਆ। ਡਿਫਰੈਂਟ ਸਟੇਟ ਪੁਲਿਸ ਫੋਰਸਿਸ, ਸਪੈਸ਼ਲ ਫੋਰਸਿਸ ਹੋ ਗਏ, ਪੈਰਾਮਿਲਟਰੀ ਫੋਰਸਿਸ ਸਾਡੇ ਤੋਂ ਲੈਂਦੀਆਂ ਤੇ ਡਿਫਰੈਂਟ ਥਾਂ ਤੇ ਆਲ ਓਵਰ ਇੰਡੀਆ ਡਿਪਲੋਏ ਹੁੰਦੇ ਆ। ਰਾਈਟ ਫਰੋਮ ਮਨੀਪੁਰ ਟੂ JNK ਟੂ ਕੇਰਲਾ ਟਿਲ ਮੁੰਬਈ ਸਾਡੇ ਡੌਗਸ ਡਿਪਲੋਏ ਹੋਏ ਆ ਡਿਫਰੈਂਟ ਪੁਲਿਸ ਫੋਰਸਿਸ ਦੇ ਕੋਲ। ਅਸੀਂ ਜਿਹੜੇ ਡੌਗਸ ਟ੍ਰੇਨ ਕਰਦੇ ਹਾਂ, ਸਾਡੇ ਜਿਹੜੇ ਡੌਗਸ ਹੈ ਐਕਸਪਲੋਸਿਵ ਡਿਟੈਕਸ਼ਨ, ਉਸ ਤੋਂ ਬਾਅਦ ਨਾਰਕੋਟਿਕਸ ਵਾਸਤੇ, ਸਰਚ ਐਂਡ ਰੈਸਕਿਊ, ਜਦੋਂ ਕਿਤੇ ਫਲੱਡਸ ਆ ਜਾਣ ਜਾਂ ਭੂਚਾਲ ਆ ਜੇ ਉੱਥੇ ਬੰਦਿਆਂ ਨੂੰ ਲੱਭਣ ਲਈ ਬਿਲਡਿੰਗਸ ਦੇ ਵਿੱਚੋਂ ਉਹ ਲਈ ਕਰਦੇ ਹਾਂ। ਅਪਾਰਟ ਫਰੋਮ ਦੈਟ ਅਸੀਂ ਕੈਡਾਵਰ ਡੌਗਸ ਹੁੰਦੇ ਆ ਜਿਹੜੇ ਕਿ ਡੈਡ ਬੋਡੀਜ਼ ਲੱਭਦੇ ਆ, ਉਹ ਵੀ ਅਸੀਂ ਟ੍ਰੇਨ ਕਰਨੇ ਸਟਾਰਟ ਕੀਤੇ ਹੋਏ ਆ। ਉਹਨਾਂ ਦੀ ਟ੍ਰੇਨਿੰਗ ਪੀਰੀਅਡ ਥੋੜਾ ਲੰਬਾ ਹੁੰਦਾ, ਉਹ ਵੀ ਸਾਡਾ ਬੈਚ ਹੈ ਜਿਹੜਾ ਦਸੰਬਰ 'ਚ ਫਸਟ ਪਾਸ ਆਊਟ ਹੋ ਜਾਏਗਾ।
ਇਸ ਤੋਂ ਇਲਾਵਾ ਅਸੀਂ ਥੈਰੇਪੀ ਡੌਗਸ ਹੋ ਗਏ ਜਿਹੜੇ ਕਿ ਰੀਸੈਂਟਲੀ ਸਟਾਰਟ ਕੀਤੇ ਸੀ ਡਿਊ ਟੂ ਦਿਸ ਪੈਂਡੈਮਿਕ ਕਿ ਲੋਕਾਂ ਨੂੰ ਬੜਾ ਡਿਪਰੈਸ਼ਨ ਦੀ ਪ੍ਰੋਬਲਮ ਹੋ ਗਈ ਸੀ ਸਟਾਰਟ। ਸੋ ਅਸੀਂ ਥੈਰੇਪੀ ਡੌਗਸ ਟ੍ਰੇਨ ਕੀਤੇ ਜਿਨ੍ਹਾਂ ਨੂੰ ਐਜ਼ ਅ ਸਰਵਿਸ ਡੌਗਸ ਅਸੀਂ ਯੂਜ਼ ਕਰਦੇ ਹਾਂ, ਲੋਕਾਂ ਦੇ ਘਰ ਲੈ ਕੇ ਜਾਂਦੇ ਹਾਂ, ਲੋਕਾਂ ਨੂੰ ਘੰਟਾ ਘੰਟਾ ਸਪੈਂਡ ਕਰਦੇ ਹਾਂ ਸੋ ਦੈਟ ਉਹਨਾਂ ਦਾ ਮਾਈਂਡ ਸੈਟ ਚੇਂਜ ਹੋਵੇ, ਜਿਹੜੇ ਡਿਪਰੈਸ਼ਨ ਹੈ ਉਹ ਤੋਂ ਬਾਹਰ ਨਿਕਲਣ। ਕਿਉਂਕਿ ਵਰਲਡ ਓਵਰ ਇਹ ਡੌਗ ਇਸ ਤਰ੍ਹਾਂ ਯੂਜ਼ ਹੁੰਦੇ ਆ, ਇੰਡੀਆ 'ਚ ਫਸਟ ਟਾਈਮ ਅਸੀਂ ਹੀ ਕਰ ਰਹੇ ਹਾਂ। ਇਸ ਤੋਂ ਇਲਾਵਾ ਅਸੀਂ ਜਿਹੜੇ ਤੁਹਾਨੂੰ ਦੱਸੀਏ ਡੌਗਸ ਹੈ ਪਹਿਲੀ ਵਾਰੀ ਟ੍ਰੇਨ ਕੀਤੇ ਸੀ ਰੂਮ ਇੰਟਰਵੈਂਸ਼ਨ ਡੌਗ। ਰੂਮ ਇੰਟਰਵੈਂਸ਼ਨ ਡੌਗ ਕੀ ਹੁੰਦਾ, ਉਹਨਾਂ 'ਤੇ ਕੈਮਰਾ ਮਾਊਂਟਡ ਹੁੰਦਾ, ਵਾਕੀ ਟੋਕੀ ਸੈੱਟ ਲੱਗਿਆ ਹੁੰਦਾ, ਉਹਨੂੰ ਰਿਮੋਟਲੀ ਦੂਰੋਂ ਕਮਾਂਡ ਦਿੰਦੇ ਆ ਤਾਂ ਕਿ ਰੂਮ ਦੇ ਅੰਦਰ ਪਹਿਲਾਂ ਹੋ ਜਾਂਦੇ ਆ। ਆਫਟਰ ਗੋਇੰਗ ਟੂ ਦ ਰੂਮ ਦੇ ਆਰ ਦ ਵਨਸ ਹੂ ਆਇਡੈਂਟੀਫਾਈ ਅੰਦਰ ਟਾਰਗੇਟ ਕੀ ਹੈ, ਮਿਲੀਟੈਂਟ ਹੈ ਜਾਂ ਟੈਰਰਿਸਟ ਹੈ, ਤਾਂ ਉਹਨੂੰ ਜਾ ਕੇ ਉਹ ਪਾਊਂਸ ਅਪਾਊਨ ਕਰਦੇ ਹਨ। ਸੋ ਉਹ ਵੀ ਅਸੀਂ ਡੌਗਸ ਟ੍ਰੇਨ ਕੀਤੇ ਹਨ ਅਤੇ ਇੱਕ ਸਟੇਟ ਪੁਲਿਸ ਫੋਰਸ ਆਲਰੇਡੀ ਡਿਪਲੋਇਡ ਹੈ। ਇਹ ਅਸੀਂ ਕੀਤੇ ਹਨ ਅਤੇ ਅਪਾਰਟ ਫਰੋਮ ਦੈਟ ਹੁਣ ਰੀਸੈਂਟਲੀ ਸਾਡਾ ਟਾਈ ਅਪ ਹੋਇਆ ਇੱਕ ਬੜੇ ਵੱਡੇ ਰਿਸਰਚ ਇੰਸਟੀਚਿਊਟ ਨਾਲ ਜਿਹੜੇ ਕੈਂਸਰ ਦੇ ਉੱਤੇ ਕੰਮ ਕਰਦੇ ਆ। ਵੀਲ ਬੀ ਟ੍ਰੇਨਿੰਗ ਡੌਗਸ ਫॉर ਕੈਂਸਰ ਡਿਟੈਕਸ਼ਨ ਜਿਹੜੇ ਕਿ ਕੈਂਸਰ ਟ੍ਰੇਨਿੰਗ ਇਨ ਦਾ ਵੈਰੀ ਫਸਟ ਸਟੇਜ। ਉਹਦੇ ਉੱਤੇ ਅਸੀਂ ਹੁਣ ਕੰਮ ਅਕਤੂਬਰ 'ਚ ਸਟਾਰਟ ਕਰ ਰਹੇ ਹਾਂ। ਉਹ ਡੌਗਸ ਟ੍ਰੇਨ ਕਰਕੇ ਅਸੀਂ ਉਹਨਾਂ ਨੂੰ ਦੇਵਾਂਗੇ। ਐਟ ਪ੍ਰੈਜ਼ੈਂਟ ਸਾਡੀਆਂ ਆਹ ਟ੍ਰੇਨਿੰਗ ਇੱਥੇ ਚੱਲ ਰਹੀ ਹੈ। ਪਹਿਲਾ ਟ੍ਰੇਨਿੰਗ ਸੈਂਟਰ ਹੈ ਭਾਰਤ ਦਾ ਜਿੱਥੇ ਸਿਰਫ ਇੰਪੋਰਟ ਹੁੰਦੇ ਡੌਗਸ, ਇੰਡੀਆ ਦੇ ਕੋਈ ਡੌਗਸ ਬਰੀਡ ਨਹੀਂ ਕੀਤੇ ਜਾਂਦੇ। ਨਹੀਂ, ਅਸੀਂ ਇੰਡੀਆ ਦੇ ਵਿੱਚੋਂ ਕੋਈ ਡੌਗ ਲੈਂਦੇ, ਸਾਡੇ ਕੋਲ ਲਾਇਸੈਂਸ ਹੈ ਗਵਰਨਮੈਂਟ ਆਫ ਇੰਡੀਆ ਤੋਂ। ਅਸੀਂ ਸਾਰੇ ਡੌਗਸ ਬਾਹਰੋਂ ਹੀ ਇੰਪੋਰਟ ਕੀਤੇ ਹੈ ਅਤੇ ਉਹਨਾਂ ਨੂੰ ਬਰੀਡ ਕਰਕੇ ਅੱਗੇ ਜਿਹੜਾ ਬਰੀਡਿੰਗ ਦੇ ਪ੍ਰੋਟੋਕੋਲਸ ਇੰਟਰਨੈਸ਼ਨਲ ਸਟੈਂਡਰਡ ਸੈਟਅਪ ਹੋਏ ਹੈ ਉਹਨਾਂ ਨੂੰ ਅਸੀਂ ਯੂਜ਼ ਕਰਦੇ ਹਾਂ। ਉਹਨਾਂ ਮੁਤਾਬਿਕ ਹੀ ਅਸੀਂ ਡੌਗਸ ਨੂੰ ਬਰੀਡ ਕਰਦੇ ਹਾਂ ਕਿਉਂਕਿ ਜਿਹੜੇ ਸਾਡੇ ਡੌਗਸ ਹੈ ਸਾਡੇ ਕੋਲ ਆਪਣੇ ਡੌਗਸ ਦਾ ਪੂਰਾ ਜੀਨ ਪੂਲ ਹੈ। ਸਾਨੂੰ ਉਹਨਾਂ ਦੇ ਪੜਦਾਦਿਆਂ ਦੇ ਵੀ ਪੁਸ਼ਤਾਂ ਦਾ ਪਤਾ, 10 ਜਨਰੇਸ਼ਨ ਦੀ ਹਿਸਟਰੀ ਹੈ ਡੌਗ ਦੀ। ਸਾਨੂੰ ਪਤਾ ਹੁੰਦਾ ਕਿ ਉਹ ਕਿਹੜੀ ਉਹਨਾਂ ਦੀ ਬਲੱਡ ਲਾਈਨ ਸੀ। ਅਸੀਂ ਉਹਨਾਂ ਨੂੰ ਯੂਜ਼ ਕਰਕੇ ਅਸੀਂ ਡੌਗਸ ਨੂੰ ਬਰੀਡ ਕਰਦੇ ਹਾਂ। ਉਹ ਹੈ ਉਹਨਾਂ ਨੂੰ ਫਿਰ ਅੱਗੇ ਅਸੀਂ ਦੇਖਦੇ ਹਾਂ ਕਿਹੜਾ ਡੌਗ ਕਿਸ ਪਰਪਸ ਲਈ ਕਿਸ ਟ੍ਰੇਡ ਲਈ ਯੂਜ਼ ਹੋ ਸਕਦਾ। ਜਿਵੇਂ ਕਿ ਹਰ ਇੱਕ ਬੰਦਾ, ਜਿਵੇਂ ਤੁਸੀਂ ਜਰਨਲਿਸਟ ਨਹੀਂ ਬਣ ਸਕਦਾ ਜਾਂ ਕੋਈ ਡਾਕਟਰ ਨਹੀਂ ਬਣ ਸਕਦਾ, ਇੰਜੀਨੀਅਰ ਨਹੀਂ, ਪੁਲਿਸ ਆਫਸਰ ਨਹੀਂ, ਇਸੇ ਤਰ੍ਹਾਂ ਹਰ ਇੱਕ ਡੌਗ ਟ੍ਰੇਨ ਨਹੀਂ ਹੋ ਸਕਦਾ ਅਤੇ ਹਰ ਇੱਕ ਦੀ ਡਿਫਰੈਂਟ ਫੀਲਡ ਹੁੰਦੀ ਆ। ਅਸੀਂ ਉਹਨਾਂ ਦੇ ਦੇਖਦੇ ਹਾਂ ਕਰੈਕਟਰਿਸਟਿਕਸ ਦੇਖਦੇ ਹਾਂ, ਡਰਾਈਵਸ ਦੇਖਦੇ ਹਾਂ ਕਿ ਡੌਗ ਇਹ ਕਿਸ ਕੰਮ ਲਈ ਯੂਜ਼ ਹੋ ਸਕਦਾ ਤਾਂ ਉਹ ਚੂਜ਼ ਕਰਕੇ ਫਿਰ ਅਸੀਂ ਡੌਗਸ ਨੂੰ ਟ੍ਰੇਨ ਕਰਦੇ ਹਾਂ। ਜੀ, ਸਪੈਸ਼ਲ ਸੈਂਟਰਸ ਬਣਾਏ, ਏਰੀਆਜ਼ ਅਲੋਟਡ ਨੇ ਟ੍ਰੇਨਿੰਗ ਲਈ? ਹਾਂ, ਟ੍ਰੇਨਿੰਗਸ ਲਈ ਅਸੀਂ ਏਰੀਆ ਵੀ ਹੈ ਸਾਡੇ ਕੋਲ, ਜੰਗਲ ਟਰੈਕ ਏਰੀਆ ਬਣਾਇਆ ਹੋਇਆ ਜਿੱਥੇ ਸਾਡੇ ਕੁਝ ਡੌਗਸ ਨੈਕਸਲਾਈਟ ਦੇ ਏਰੀਆ 'ਚ ਡਿਪਲੋਏ ਹੁੰਦੇ ਆ। ਉਹਨਾਂ ਨੂੰ ਅਸੀਂ ਉਹੋ ਜਿਹਾ ਇਨਵਾਇਰਮੈਂਟ ਦਿੰਦੇ ਜਿੱਥੇ ਕਿ ਉਹਨਾਂ ਨੇ ਡਿਪਲੋਏ ਹੋਣਾ ਹੈ। ਫਿਰ ਅਸੀਂ ਇਹਨਾਂ ਦਾ ਸਵਿਮਿੰਗ ਪੂਲ ਬਣਾਇਆ ਹੋਇਆ ਜਿੱਥੇ ਇਹਨਾਂ ਨੂੰ ਯੂਜ਼ ਕਰਦੇ ਹਾਂ, ਪੌਂਡ ਹੈ। ਫਿਰ ਇਹਨਾਂ ਦੇ ਰੂਮਸ ਹੈਗੇ, ਜਿਵੇਂ ਸਾਡੇ ਕੁਝ ਡੌਗਸ ਜੇਲ੍ਹਾਂ ਦੇ ਵਿੱਚ ਡਿਪਲੋਇਡ ਹੈ, ਹਰਿਆਣਾ ਜੇਲਸ ਦੇ ਵਿੱਚ ਸਾਡੇ ਡੌਗਸ ਹੈ, ਪੰਜਾਬ ਦੇ ਵਿੱਚ ਹੈ ਜਿੱਥੇ ਸਾਡੇ ਵੀ ਆਪਣੇ ਹੈਂਡਲਰਸ ਨਾਲ ਹੈ। ਉਹਨਾਂ ਨੂੰ ਉਹ ਜਿਹਾ ਇਨਵਾਇਰਮੈਂਟ ਦੇਣ ਲਈ ਅਸੀਂ ਇੱਥੇ ਛੋਟੇ ਜਿਹੇ ਜੇਲ੍ਹ ਬਣਾਈ ਹੋਈ ਹੈ ਜਿੱਥੇ ਕਿ ਇਹਨਾਂ ਨੂੰ ਅਸੀਂ ਡੌਗਸ ਨੂੰ ਯੂਜ਼ ਕਰਦੇ ਹਾਂ, ਟ੍ਰੇਨ ਕਰਦੇ ਹਾਂ ਤਾਂ ਕਿ ਉਹਨਾਂ ਨੂੰ ਉਹੋ ਜਿਹਾ ਹੀ ਮਾਹੌਲ ਮਿਲੇ ਅਤੇ ਉਸੇ ਮਾਹੌਲ 'ਚ ਹੀ ਉਹ ਯੂਜ਼ ਜਾ ਕੇ ਅੱਗੇ ਉਹਨਾਂ ਨੂੰ ਔਖਾ ਨਾ ਹੋਵੇ ਕੰਮ। ਤਾਂ ਅਸੀਂ ਇਹਨਾਂ ਨੂੰ ਨੈਚੁਰਲ ਇਨਵਾਇਰਮੈਂਟਸ ਰੱਖਦੇ ਹਾਂ। ਜਿਵੇਂ ਕਿ ਕਿਹਾ ਜਾਂਦਾ ਕਿ ਕੁੱਤੇ ਨੂੰ ਕੁੱਤੇ ਦੀ ਜ਼ਿੰਦਗੀ ਰਹਿਣ ਦਿਓ, ਉਹਨੂੰ ਬੱਚਾ ਨਾ ਬਣਾਓ। ਅਤੇ ਅਸੀਂ ਤੁਸੀਂ ਨੋਟ ਕੀਤਾ ਹੋਣਾ ਇਹਨਾਂ ਲਈ ਕੋਈ ਏਸੀ ਨਹੀਂ ਲੱਗੇ ਹੋਏ, ਸਿਰਫ ਫੈਨਸ ਹੁੰਦੇ ਆ। ਸਰਦੀਆਂ 'ਚ ਅਸੀਂ ਕੋਈ ਹੀਟਰ ਨਹੀਂ ਇਹਨਾਂ ਨੂੰ ਦਿੰਦੇ, ਨੋਰਮਲ ਫਰਸ਼ 'ਤੇ ਇਹ ਸੌਂਦੇ ਆ ਤਾਂ ਕਿ ਇਹ, ਕਿਉਂਕਿ ਦਿਸ ਇਜ਼ ਦ ਐਨੀਮਲ, ਇਹਨਾਂ ਨੂੰ ਐਨੀਮਲ ਇੰਸਟਿੰਕਟਸ ਇਹਨਾਂ ਤਾਂ ਹੀ ਜ਼ਿੰਦਾ ਰਹਿੰਦੇ ਆ ਅਗਰ ਇਹ ਨੈਚੁਰਲ ਇਨਵਾਇਰਮੈਂਟ ਰਹਿਣ। ਤੁਹਾਡੇ ਟ੍ਰੇਨ ਕੀਤੇ ਡੌਗਸ ਹੁਣ ਤੱਕ ਕਿਹੜੇ ਭਾਰਤ ਵਿੱਚ ਕਿੱਥੇ ਕਿੱਥੇ ਡਿਪਲੋਏ ਹੋਏ ਨੇ? ਸਾਡੇ ਜੀ ਤੁਹਾਨੂੰ ਮਨੀਪੁਰ ਪੁਲਿਸ ਨੇ ਸਾਡੇ ਤੋਂ, ਸਿੱਕਿਮ ਪੁਲਿਸ ਕੋਲ ਹੈ, ਅਸਾਮ ਰਾਈਫਲਸ ਕੋਲ ਹੈ, JNK ਪੁਲਿਸ ਕੋਲ, ਕੇਰਲਾ ਕੋਲ, ਪੰਜਾਬ ਦੇ ਵਿੱਚ ਸਾਡੇ ਡਿਪਲੋਏ, ਪੰਜਾਬ ਜੇਲ੍ਹਾਂ 'ਚ ਵੀ ਪੰਜਾਬ ਪੁਲਿਸ ਹੋ ਗਿਆ, ਹਰਿਆਣਾ ਪੁਲਿਸ, ਹਰਿਆਣਾ ਜੇਲਸ ਦੇ ਵਿੱਚ ਹੋ ਗਿਆ। ਸਾਡੇ ਕੋਲ ਹੁਣ ਇਸ ਤੋਂ ਇਲਾਵਾ ਕੁਝ ਪੈਰਾਮਿਲਟਰੀ ਫੋਰਸਿਸ ਨੇ ਜਿਨ੍ਹਾਂ ਨਾਲ ਸਾਡਾ ਨਾਨ ਡਿਸਕਲੋਜ਼ਰ ਐਗਰੀਮੈਂਟ ਅਸੀਂ ਦੱਸ ਨਹੀਂ ਸਕਦੇ, ਸੋ ਉਹ ਵੀ ਸਾਡੇ ਤੋਂ ਰੈਗੂਲਰ ਡੌਗਸ ਲੈ ਰਹੇ ਹਨ ਅਤੇ ਡਿਪਲੋਏ ਹੋ ਰਹੇ ਹਨ। ਇਨਫੈਕਟ ਹੁਣ ਆਰਮੀ ਵੀ ਸਾਡੇ ਤੋਂ ਪਪਸ ਲੈਣਾ ਸਟਾਰਟ ਕਰ ਰਹੀ ਹੈ ਬਿਕੋਜ਼ ਜਦੋਂ ਉਹਨਾਂ ਨੇ ਸਾਡਾ ਬਰੀਡਿੰਗ ਪ੍ਰੋਗਰਾਮ ਦੇਖਿਆ ਸੋ ਦੇ ਵਰ ਵੈਰੀ ਇੰਪ੍ਰੈਸਡ। ਨਾਓ ਦੇ ਵਿਲ ਬੀ ਸਟਾਰਟ ਬਾਇੰਗ ਪਪਸ ਫਰੋਮ ਅਸ। ਅਸੀਂ ਉਹਨਾਂ ਨੂੰ ਦੇਣੇ ਸ਼ੁਰੂ ਕਰਾਂਗੇ। ਕੋਈ ਉਦਯੋਗਪਤੀ ਵੀ ਤੁਹਾਡੇ ਤੋਂ ਲੈ ਕੇ ਗਏ? ਅਕਸਰ ਜਦੋਂ ਇੱਦਾਂ ਚਰਚਾਵਾਂ ਹੋਣ ਤਾਂ ਅਕਸਰ ਉਦਯੋਗਪਤੀਆਂ ਨੂੰ ਸ਼ੌਂਕ ਹੁੰਦਾ ਡੌਗਸ ਦਾ, ਐਨੀਮਲਸ ਦਾ, ਤਾਂ ਉਹ ਵੀ ਤੁਹਾਡੇ ਕੋਲ ਲੈ ਕੇ ਗਏ? ਸ਼ੁਰੂ ਦੇ ਵਿੱਚ ਸਾਡੇ ਤੋਂ ਰਿਲਾਇੰਸ ਇੰਡਸਟਰੀ ਵਾਲੇ ਲੈ ਕੇ ਗਏ ਸੀ ਡੌਗ, ਬਟ ਅਸੀਂ ਉਸ ਤੋਂ ਬਾਅਦ ਪ੍ਰਾਈਵੇਟ ਇੰਡਸਟਰੀ ਨੂੰ ਦੇਣੇ ਬੰਦ ਕਰਤੇ ਬਿਕੋਜ਼ ਉਹ ਜਿਹੜੀ ਸਾਡੀ ਡੌਗਸ ਦੀ ਬਲੱਡ ਲਾਈਨਸ ਹੈ, ਪੈਡੀਗਰੀ ਹੈ, ਬੜੇ ਹਾਈ ਡਰਾਈਵ ਡੌਗਸ ਹੈ, ਇਹਨਾਂ ਨੂੰ ਰੈਗੂਲਰ ਸੈਰ ਕਰਾਉਣੀ ਪੈਂਦੀ ਹੈ। ਜਿਹੜੇ ਉਦਯੋਗਪਤੀ ਤੁਸੀਂ ਕਹਿ ਰਹੇ ਹੋ ਉਹਨਾਂ ਨੂੰ ਤਾਂ ਸਿਰਫ ਸ਼ੋਅ ਪੀਸ ਚਾਹੀਦਾ ਹੁੰਦਾ, ਬਟ ਇਹ ਜਿਹੜੇ ਡੌਗ ਬਰੀਡਸ ਹੈ ਇਹਨਾਂ ਨੂੰ ਤਾਂ ਡੇਲੀ ਦੀ ਸਵੇਰ ਦੇ ਤੁਹਾਨੂੰ ਦਿਖਾਇਆ, ਤੁਸੀਂ ਸਵੇਰ ਦੇ ਆਏ ਹੋਏ ਹੋ, ਇਹਨਾਂ ਨੂੰ 18 ਕਿਲੋਮੀਟਰਸ ਵਾਕ ਕਰਾਉਣੀ ਪੈਂਦੀ ਹੈ, 9 ਸਵੇਰੇ 9 ਸ਼ਾਮੀ। ਸੋ ਐਨਰਜੀ ਚੈਨਲਾਈਜ਼ ਕਰਨੀ ਹੁੰਦੀ ਹੈ। ਉਦਯੋਗਪਤੀ ਕੋਲ ਵੀ ਇੰਨਾ ਟਾਈਮ ਨਹੀਂ ਹੁੰਦਾ, ਉਹਨਾਂ ਨੇ ਵੀ ਅੱਗੇ ਸਰਵੈਂਟਸ ਨੂੰ ਡੌਗ ਦੇ ਦਿੰਦੇ ਆ ਜਾਂ ਕਿ ਬੇਸਿਕਲੀ ਡੌਗ ਵਿਗੜ ਜਾਂਦਾ। ਸੋ ਅਸੀਂ ਫਿਰ ਉਦੋਂ ਹੀ ਸ਼ੁਰੂ 'ਚ ਡਿਸਾਈਡ ਕਰ ਲਿਆ ਸੀ ਅਸੀਂ ਪ੍ਰਾਈਵੇਟ ਸੈਕਟਰ ਨੂੰ ਡੌਗਸ ਨਹੀਂ ਦੇਣੇ। ਇਨਫੈਕਟ ਤੁਹਾਨੂੰ ਦੱਸੀਏ ਸਾਡੇ ਤੋਂ ਦਲਾਈ ਲਾਮਾ ਹੁਣੀ ਵੀ ਲੈ ਕੇ ਗਏ ਹਿਜ਼ ਹੋਲੀਨੈਸ, ਉਹ ਐਕਸਪਲੋਸਿਵ ਡਿਟੈਕਸ਼ਨ ਲਈ ਉਹਨਾਂ ਕੋਲ ਡੌਗ ਹੈਗਾ ਅਤੇ ਇਨਫੈਕਟ ਹੁਣ 2 ਡੌਗਸ ਹੋਰ ਜਾਣੇ ਆ ਉਹਨਾਂ ਨਾਲ, ਸਾਡੀ ਉਹਨਾਂ ਨਾਲ ਗੱਲ ਚੱਲ ਰਹੀ ਹੈ, ਸੋ ਉਹ ਵੀ ਲੈ ਕੇ ਜਾਣਗੇ ਸਾਡੇ ਤੋਂ। ਸੋ ਮਤਲਬ ਇੰਡੀਆ ਦੇ ਵਿੱਚ, ਈਵਨ ਆਊਟਸਾਈਡ ਇੰਡੀਆ ਆਲਸੋ, ਪੂਰੇ
ਵਰਲਡ ਦੇ ਵਿੱਚ ਤੁਹਾਡੇ ਡੌਗਸ ਟ੍ਰੇਨ ਕੀਤੇ ਜਾਣ? ਹਾਂਜੀ, ਹੁਣ ਸਾਡੇ ਕੋਲ ਯੂਨਾਈਟਿਡ ਨੇਸ਼ਨਸ ਦਾ ਕੰਟਰੈਕਟ ਸਾਨੂੰ ਅਸੀਂ ਨੈਗੋਸ਼ੀਏਟ ਕਰ ਰਹੇ ਹਾਂ। ਸੋ ਸਾਡੇ ਡੌਗਸ ਯੂਨਾਈਟਿਡ ਨੇਸ਼ਨ ਦੇ ਜਿੱਥੇ ਪੀਸ ਕੀਪਿੰਗ ਫੋਰਸਸ ਜਾਣਗੀਆਂ, ਸੋ ਸਾਡੇ ਡੌਗਸ ਵੀ ਉੱਥੇ ਜਾਣਗੇ। ਸੋ ਵੀ ਆਰ ਇਨ ਦਾ ਫਾਈਨਲ ਸਟੇਜਸ, ਉਹਨਾਂ ਨੂੰ ਟ੍ਰੇਨ ਕਰਕੇ ਅਸੀਂ ਦੇਵਾਂਗੇ। ਜੀ, ਸੋ ਜੋ ਟ੍ਰੇਨਰਸ ਤੁਸੀਂ ਕਰਦੇ ਹੋ ਉਹਨਾਂ ਨੂੰ ਟ੍ਰੇਨਿੰਗ ਕਿੱਦਾਂ ਦਿੱਤੀ ਜਾਂਦੀ ਹੈ? ਜਿਹੜੇ ਸਾਡੇ ਡੌਗਸ ਹੈ ਜਿਹੜੇ ਅਸੀਂ ਟ੍ਰੇਨ ਕਰਦੇ ਹਾਂ, ਸਾਡੇ ਕੋਲ ਇੱਕ ਪ੍ਰੋਗਰਾਮ ਹੈ ATF ਕਹਿੰਦੇ ਆ, ਅਲਕੋਹਲ ਟੋਬੈਕੋ ਫਾਇਰ ਆਰਮਸ ਕਰਕੇ US ਦੀ ਇੱਕ ਬੋਡੀ ਹੈ ਜਿਨ੍ਹਾਂ ਨੇ ਇੱਕ ਪ੍ਰੋਗਰਾਮ ਬਣਾਇਆ ਸੀਗਾ। ਉਹ ਪ੍ਰੋਗਰਾਮ ਸੀ ਫੂਡ ਰਿਵਾਰਡ, ਯਾਨੀ ਜਦੋਂ ਡੌਗ ਕੰਮ ਕਰੇਗਾ ਉਹਨੂੰ ਰੋਟੀ ਮਿਲੇਗੀ। ਜਿਵੇਂ ਬੰਦਾ ਦਿਹਾੜੀ ਕਰਦਾ ਤਾਂ ਉਹਨੂੰ ਪੈਸੇ ਮਿਲਦੇ ਆ, ਉਸੇ ਤਰ੍ਹਾਂ ਡੌਗ ਦੇ ਵਿੱਚ ਇੱਕ ਡਰਾਈਵ ਬਣੀ ਹੁੰਦੀ ਹੈ ਕਿ ਉਹਨੂੰ ਖਾਣਾ ਜਿਹੜਾ ਕੈਨਲ ਦੇ ਅੰਦਰ ਨਹੀਂ ਮਿਲਣਾ। ਉਹਨੇ ਸਵੇਰੇ ਜਦ ਆਪਣੀ ਡਰਿਲ ਤੇ ਜਾਣਾ ਹੈ, ਬੇਸ਼ੱਕ ਉਹ ਡਿਊਟੀ ਤੇ ਜਾਂ ਆਫ ਡਿਊਟੀ ਹੈ, ਉਹਨੇ ਕੰਮ ਕਰਨਾ ਹੈ ਤੇ ਉਹਨੂੰ ਖਾਣਾ ਮਿਲਿਆ। ਇਸੇ ਤਰ੍ਹਾਂ ਸ਼ਾਮ ਨੂੰ ਵੀ ਉਹਨੇ ਜਦੋਂ ਕੰਮ ਕਰਨਾ ਹੈ ਤਾਂ ਖਾਣਾ ਮਿਲਣਾ। ਤਾਂ ਡੌਗ ਦੀ ਹਮੇਸ਼ਾ ਡਰਾਈਵ ਬਣੀ ਰਹਿੰਦੀ ਹੈ ਕੰਮ ਕਰਨ ਦੀ। ਤਾਂ ਅਸੀਂ ਉਹ ਜਿਹੜੀ ਹੈ ਟੈਕਨੀਕ ਸੀ ਜਿਹੜੀ ਅਸੀਂ ਕੀਤੀ। ਤਾਂ ਜਿਹੜੇ ਸਾਡੇ ਇਨੀਸ਼ੀਅਲੀ ਟ੍ਰੇਨਰਸ ਆਉਂਦੇ ਸੀ ਉਹ ਮੇਰੇ ਸਾਰੇ US ਤੋਂ ਆਉਂਦੇ ਸੀ, ਜਿਹਨੂੰ ਆਪਾਂ ਪੰਜਾਬੀ ਕਹਿੰਦੇ ਗੋਰੇ ਹੁੰਦੇ ਸੀ। ਗੋਰੇ ਆਉਂਦੇ ਸੀ ਇੱਥੇ ਡੌਗਸ ਟ੍ਰੇਨ ਕਰਦੇ ਸੀਗੇ। ਉਹਨਾਂ ਨੇ ਫਿਰ ਮੇਰੇ ਜਿਹੜੇ ਇੱਥੇ ਟ੍ਰੇਨਰ ਸੀਗੇ ਉਹਨਾਂ ਨੂੰ ਟ੍ਰੇਨ ਕੀਤਾ, ਅਸੀਂ ਉਹਨਾਂ ਤੋਂ ਸਰਟੀਫਾਈ ਹੋਏ। ਫਿਰ ਹੁਣ ਅਸੀਂ ਆਪ ਟ੍ਰੇਨਿੰਗ ਕਰਦੇ ਹਾਂ ਤਾਂ ਕਿ ਸਾਡੀ ਕਾਸਟ ਵੀ ਘੱਟ ਗਈ ਹੈ। ਪਹਿਲਾਂ ਕਾਸਟ ਕਾਫੀ ਹੁੰਦੀ ਸੀ, ਉਹ ਹੁਣ ਸਾਡੀ ਕਾਸਟ ਘੱਟ ਗਈ ਹੈ। ਅਤੇ ਤੁਸੀਂ ਦੇਖਿਆ ਸਾਡੇ ਕੋਲ ਫੀਮੇਲ ਟ੍ਰੇਨਰਸ ਵੀ ਇੰਡੀਆ 'ਚ ਹੈ। ਇੰਡੀਆ 'ਚ ਅਸੀਂ ਇਨਫੈਕਟ ਹਾਰਡਲੀ 1 ਜਾਂ 2 ਹੋਣਗੀਆਂ ਜਿਨ੍ਹਾਂ 'ਚੋਂ ਇੱਕ ਸਾਡੇ ਕੋਲ ਟ੍ਰੇਨਰ ਹੈ ਜਿਹੜੀ ਕਿ ਡੌਗਸ ਟ੍ਰੇਨ ਕਰਦੀ ਹੈ, ਅਤੇ ਉਹ ਅੱਗੇ ਉਸ ਤੋਂ ਬਾਅਦ ਉਹਨੂੰ ਡਿਪਲੋਏ ਕਰਦੇ ਹਾਂ। ਜੀ, ਤਾਂ ਜਦੋਂ ਡੌਗਸ ਇੱਕ ਫੀਮੇਲ ਡੌਗ ਵੱਲੋਂ ਡੌਗਸ ਨੂੰ ਬਰਥ ਦਿੱਤਾ ਜਾਂਦਾ ਹੈ ਤਾਂ 10-15 ਡੌਗਸ ਹੋ ਜਾਂ ਜਿਸ ਤਰ੍ਹਾਂ ਵੀ, ਕਿ ਇੱਕ ਟਾਈਮ ਤੇ ਕਿੰਨੇ, ਮਤਲਬ ਇੱਕ ਸਾਲ ਦੇ ਵਿੱਚ ਤੁਸੀਂ ਕਿੰਨੇ ਡੌਗ ਇੱਕ ਫੀਮੇਲ ਤੋਂ ਲੈਂਦੇ ਹੋ? ਅਸੀਂ ਦੇਖੋ ਫੀਮੇਲ ਤੋਂ ਡੌਗ ਇੱਕ ਸਾਲ 'ਚ ਇੱਕ ਵਾਰੀ ਲੈਂਦੇ ਹਾਂ ਜੀ। ਅਸੀਂ ਜਿਵੇਂ ਪ੍ਰਾਈਵੇਟ ਬਰੀਡਰਸ ਹੋ ਗਏ, ਜਿਹੜੇ ਕਮਰਸ਼ੀਅਲ ਬਰੀਡਰਸ ਹੈ, ਉਹ ਸਾਲ 'ਚ 3-3 ਵਾਰੀ ਵੀ ਲੈ ਲੈਂਦੇ ਇੰਜੈਕਸ਼ਨ ਲਾ ਕੇ, ਬਟ ਅਸੀਂ ਸਾਲ 'ਚ ਇੱਕ ਵਾਰੀ ਲੈਂਦੇ ਹਾਂ। ਅਤੇ ਉਹਦਾ ਵੀ ਰੱਖਿਆ 2 ਸਾਲ ਅਸੀਂ ਲਵਾਂਗੇ, ਫਿਰ 3rd ਈਅਰ ਉਹਦੀ ਅਸੀਂ ਜਿਹੜੀ ਹੈ ਮਿਸ ਕਰ ਦਿੰਦੇ ਹਾਂ ਉਹ ਤੋਂ ਬੱਚੇ ਲੈਣੇ, ਤਾਂ ਕਿ ਉਹਦੇ ਹੈਲਦੀ ਬੱਚੇ ਹੋਣ। ਸੋ ਅਸੀਂ ਇੱਕ ਪ੍ਰੋਸੈਸ ਹੈ, ਪ੍ਰੋਟੋਕੋਲ ਹੈ ਜੋ ਇੰਟਰਨੈਸ਼ਨਲ ਲੈਵਲ ਦਾ ਬਣਿਆ, ਅਸੀਂ ਉਹਨੂੰ ਹੀ ਫੋਲੋ ਕਰਦੇ ਹਾਂ। ਦੈਟ ਇਜ਼ ਦ ਰੀਜ਼ਨ ਕਿ ਜਿਹੜੇ ਸਾਡੇ ਡੌਗਸ ਹੈ ਉਹ ਬੜੇ ਹੈਲਦੀ ਹੁੰਦੇ ਆ ਪਪਸ, ਅਤੇ ਉਹਨਾਂ ਦਾ ਸਟੈਮਿਨਾ ਅੱਛਾ ਹੁੰਦਾ। ਸੋ ਵੀ ਯੂਜ਼ ਦੈਮ। ਸੋ ਅਸੀਂ ਉਸ ਹਿਸਾਬ ਨਾਲ ਜਿਹੜੀ ਹੈ ਬਰੀਡਿੰਗ ਪ੍ਰੋਗਰਾਮ ਆਪਣਾ ਚਲਾ ਰਹੇ ਹਾਂ। ਜੋ ਪਪਸ ਨੇ, ਤਾਂ ਹਰ ਕੋਈ, ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਹਰ ਕੋਈ ਸੇਮ ਫੀਲਡ ਵਿੱਚ ਨਹੀਂ ਜਾ ਸਕਦਾ, ਹਰ ਕੋਈ ਆਪਣੀ ਫੀਲਡ ਲਈ ਤੁਸੀਂ ਚੂਜ਼ ਕਰਦੇ ਹੋ। ਕਿਵੇਂ ਚੂਜ਼ ਕਰਦੇ ਹੋ ਕਿ ਕਿਹੜੀ ਫੀਲਡ ਲਈ ਜਾਏਗਾ? ਵਾਟ ਇਜ਼ ਦ ਪ੍ਰੋਸੀਜਰ? ਅਤੇ ਤੁਹਾਨੂੰ ਕਿਵੇਂ ਪਤਾ ਲੱਗਦਾ ਕਿ ਇਹਨੂੰ ਹੀ ਟ੍ਰੇਨ ਕਰਨਾ ਹੈ ਕਿ ਰੈਸਟ ਹਾਫ ਵਿਲ ਨਾਟ ਗੈਟ ਦ ਟ੍ਰੇਨਿੰਗ? ਤੁਹਾਨੂੰ ਦੱਸਦੇ ਜਿਹੜੇ ਡੌਗਸ ਦੇ ਅਸੀਂ ਹੈ ਜਿਹੜੀ ਡਰਾਈਵਸ ਹੈ 45 ਡੇਜ਼ ਤੱਕ ਤਾਂ ਆਪਣੀ ਮਦਰ ਨਾਲ ਰਹਿੰਦਾ ਹੈ, ਮਦਰ ਨਾਲ ਉਹਦਾ ਦੁੱਧ ਪੀਂਦਾ। 45 ਦਿਨ ਤੋਂ ਬਾਅਦ ਇਹਨੂੰ ਜਦ ਫਸਟ ਵੈਕਸੀਨੇਸ਼ਨ ਲੱਗ ਜਾਂਦੀ ਹੈ, ਇਹਨੂੰ ਅਸੀਂ ਮਦਰ ਤੋਂ ਅਲੱਗ ਕਰ ਦਿੰਦੇ ਹਾਂ, ਇਹਨੂੰ ਨਾਰਮਲ ਫੂਡ 'ਤੇ ਲੈ ਆਉਂਦੇ ਹਾਂ। ਉਦੋਂ ਅਸੀਂ 45 to 60 ਡੇਜ਼ 'ਚ ਇਹਦੀ ਡਰਾਈਵਸ ਦੇਖਦੇ ਹਾਂ, ਡੌਗ ਦੇ ਕਰੈਕਟਰਿਸਟਿਕਸ ਦੇਖਦੇ ਹਾਂ, ਹਾਵ ਭਾਵ ਦੇਖਦੇ ਹਾਂ। ਜਿਵੇਂ ਆਪਾਂ ਕਹਿੰਦੇ ਹਾਂ ਬੱਚਾ 11ਵੀਂ-12ਵੀਂ ਜਾ ਕੇ ਆਪਣਾ ਕੈਰੀਅਰ ਡਿਸਾਈਡ ਕਰਦਾ ਹੈ, ਉਹਨੇ ਮੈਡੀਕਲ ਲੈਣਾ ਹੈ, ਕਾਮਰਸ ਲੈਣਾ ਹੈ ਜਾਂ ਇੰਜੀਨੀਅਰ ਬਣਨਾ ਹੈ, ਉਸੇ ਤਰੀਕੇ ਨਾਲ ਇਹ ਵੀ ਉਹਨਾਂ ਦਾ ਟਾਈਮ ਪੀਰੀਅਡ ਹੁੰਦਾ ਜਿਸ 'ਚ ਅਸੀਂ ਦੇਖਦੇ ਹਾਂ ਡੌਗ ਨੇ ਕਿਸ ਟ੍ਰੇਡ ਦੇ ਵਿੱਚ ਜਾਣਾ, ਕੀ ਕਰਨਾ। ਸੋ ਅਸੀਂ ਉਦੋਂ ਸਿਲੈਕਟ ਕਰਦੇ ਹਾਂ। ਕਈ ਡੌਗਸ ਹੁੰਦੇ ਆ ਫੂਡ ਦੇ ਉੱਤੇ ਬੜੇ ਅਟਰੈਕਟ ਹੁੰਦੇ ਆ, ਕਈ ਬੋਲ ਨਾਲ ਹੁੰਦੇ ਆ, ਕਈ ਸਿਰਫ ਆਵਾਜ਼ ਦੇ ਨਾਲ ਹੁੰਦੇ ਆ, ਸੋ ਕਈ ਟੋਇਜ਼ ਦੇ ਨਾਲ ਹੁੰਦੇ ਆ। ਸੋ ਅਸੀਂ ਉਹਨਾਂ ਦੇ ਅੰਦਰ ਜਿਹੜੇ ਕਰੈਕਟਰਿਸਟਿਕਸ ਦੇਖਦੇ ਹਾਂ, ਉਸ ਹਿਸਾਬ ਨਾਲ ਫਿਰ ਡੌਗ ਨੂੰ ਅਸੀਂ ਉਸੇ ਪਰਟੀਕੂਲਰ ਟ੍ਰੇਡ ਦੇ ਵਿੱਚ ਕਰਦੇ ਹਾਂ, ਐਕਸਪਲੋਸਿਵਸ ਦੇ ਵਿੱਚ। ਹੁਣ ਜਿਵੇਂ ਤੁਹਾਨੂੰ ਦੱਸਦੇ ਐਕਸਪਲੋਸਿਵਸ ਜਿਹੜਾ ਡੌਗ ਹੁੰਦਾ ਉਹ ਬੜਾ ਸ਼ਾਂਤ ਹੁੰਦਾ, ਉਹਨੇ ਭੌਂਕਣਾ ਨਹੀਂ ਹੁੰਦਾ ਅਗਰ ਉਹਨੇ ਕੋਈ ਚੀਜ਼ ਲੱਭ ਲਈ ਅਲਰਟ ਕਰਨਾ। ਬਿਕੋਜ਼ ਰੀਜ਼ਨ ਕੀ ਹੈ, ਕਈ ਐਕਸਪਲੋਸਿਵ ਹੈ ਜਿਹੜੇ ਪ੍ਰੈਸ਼ਰ ਨਾਲ ਫਟ ਜਾਂਦੇ ਆ। ਸੋ ਅਗਰ ਡੌਗ ਨੇ ਐਕਸਪਲੋਸਿਵ ਲੱਭ ਲਿਆ, ਉਹ ਭੌਂਕ ਪਿਆ, ਤਾਂ ਐਕਸਪਲੋਸਿਵ ਫਟ ਸਕਦਾ। ਸੋ ਉਹਦੇ ਲਈ ਸਾਨੂੰ ਡੋਸਾਈਲ ਡੌਗ ਚਾਹੀਦਾ, ਬਟ ਵੈਰੀ ਹਾਈ ਐਨਰਜੈਟਿਕ। ਬਿਕੋਜ਼ ਜਿਹੜੇ ਐਕਸਪਲੋਸਿਵ ਦੇ ਡੌਗ ਹੁੰਦੇ ਉਹਨਾਂ ਨੂੰ ਬੜੇ ਲੰਬੇ ਟਰੈਕਸ 'ਤੇ ਜਾਣਾ ਪੈਂਦਾ, ਜੰਗਲ ਦੇ ਵਿੱਚ, ਨੈਕਸਲਾਈਟ ਏਰੀਆ 'ਚ ਕਈ ਕਿਲੋਮੀਟਰ ਵਾਕ ਕਰਨੀ ਪੈਂਦੀ ਹੈ। ਸੋ ਅਸੀਂ ਡੌਗ ਨੂੰ ਉਹ ਵੀ ਦੇਖਦੇ ਹਾਂ। ਅਪਾਰਟ ਫਰੋਮ ਦੈਟ ਜਿਹੜਾ ਉਹਦਾ ਹੈਂਡਲਰ ਹੁੰਦਾ, ਜਿਹਦੇ ਨਾਲ ਅਸੀਂ ਜਦੋਂ ਉਹ ਡੌਗ ਨੂੰ ਇਨੀਸ਼ੀਅਲ ਟ੍ਰੇਨਿੰਗ ਅਸੀਂ ਕਰਨ ਤੋਂ ਬਾਅਦ ਡੌਗ ਨੂੰ ਉਹਦੇ ਹੈਂਡਲਰ ਨਾਲ ਮੈਰਿੰਗ ਅਪ ਜਿਹਨੂੰ ਕਹਿੰਦੇ ਅਸੀਂ ਕਰਾਉਂਦੇ ਹਾਂ, ਉਹਦਾ ਅਸੀਂ ਜਿਹੜਾ ਹੈਂਡਲਰ ਹੁੰਦਾ ਉਹ ਵੀ ਦੇਖਦੇ ਹਾਂ ਕਿ ਉਹ ਵੀ ਉਹ ਡੌਗ ਨੂੰ ਹੈਂਡਲ ਕਰ ਪਾਏਗਾ ਕਿ ਨਹੀਂ, ਕਿ ਉਹਦਾ ਮਾਈਂਡ ਸੈਟ ਕੀ ਹੈ। ਸੋ ਉਸ ਹਿਸਾਬ ਨਾਲ ਅਸੀਂ ਦੇਖ ਕੇ ਫਿਰ ਡੌਗ ਦੀ ਮੈਰਿੰਗ ਅਪ ਹੁੰਦੀ ਹੈ। ਸੋ ਇਹ ਕੰਪਲੀਟ ਪ੍ਰੋਸੈਸ ਹੈ ਜਿਹਦੇ ਇੱਕ ਸਿਸਟਮ ਬਣੇ ਹੋਏ ਆ ਟੋਟਲ, ਅਸੀਂ ਉਹ ਚੀਜ਼ ਨੂੰ ਫੋਲੋ ਕਰਦੇ ਹਾਂ। ਜੀ, ਨਾਲੇ ਦ ਬੈਸਟ ਥਿੰਗ ਵਾਈ ਮੈਂ ਤੁਹਾਡੇ ਇੰਸਟੀਚਿਊਟ ਬਾਰੇ ਸੁਣਿਆ, ਟ੍ਰੇਨਿੰਗ ਸੈਂਟਰ ਬਾਰੇ ਸੁਣਿਆ ਕਿ ਸਭ ਕੁਝ ਓਰੀਜਨਲੀ ਟ੍ਰੇਨ ਕੀਤਾ ਜਾਂਦਾ ਹੈ, ਹਰ ਇੱਕ ਓਰੀਜਨਲ ਚੀਜ਼ ਰੱਖੀ ਗਈ ਹੈ, ਸਭ ਕੁਝ ਟੂ ਦ ਪੁਆਇੰਟ ਓਰੀਜਨਲੀ ਟ੍ਰੇਨ ਕੀਤਾ ਜਾਂਦਾ ਹੈ। ਹਾਂਜੀ, ਓਰੀਜਨਲੀ ਨਹੀਂ ਕਹਾਂਗੇ, ਸਾਡੇ ਕੋਲ ਜਿਵੇਂ ਐਕਸਪਲੋਸਿਵਸ ਹੈ, ਜਿਵੇਂ ਹੁਣ ਕਈ ਟ੍ਰੇਨਿੰਗ ਸੈਂਟਰਸ ਛੋਟੇ ਦੁਕਾਨਾਂ ਮੈਂ ਤਾਂ ਕਹਿੰਦਾ ਜਿਹੜੀਆਂ ਖੁੱਲ੍ਹੀਆਂ ਹੋਈਆਂ, ਉਹਨਾਂ ਕੋਲ ਕਿਸੇ ਕੋਲ ਐਕਚੁਅਲ ਐਕਸਪਲੋਸਿਵਸ ਨਹੀਂ ਹੈ। ਸਾਡੇ ਕੋਲ ਐਕਚੁਅਲ ਐਕਸਪਲੋਸਿਵਸ ਹੈ। ਉਹ ਬਿਕੋਜ਼ ਡੌਗ ਨੇ ਅਗਰ ਕੰਮ ਕਰਨਾ ਫੀਲਡ 'ਚ, ਉੱਥੇ ਉਹਨੂੰ ਇਹ ਤਾਂ ਹੈ ਨਹੀਂ ਨਕਲੀ ਐਕਸਪਲੋਸਿਵ ਜਾਂ ਤੁਸੀਂ ਜਿਹੜੇ ਫਾਇਰ ਕਰੈਕਰਸ ਉਹ 'ਤੇ ਟ੍ਰੇਨ ਕਰ ਦਿਓ। ਸੋ ਅਸੀਂ ਐਕਚੁਅਲ ਐਕਸਪਲੋਸਿਵਸ ਹੀ ਟ੍ਰੇਨ ਕਰਦੇ ਹਾਂ, ਐਕਚੁਅਲ ਨਾਰਕੋਟਿਕਸ ਉਹਨਾਂ ਦੇ ਉੱਤੇ ਟ੍ਰੇਨ ਕਰਦੇ ਹਾਂ। ਡੌਗ ਨੂੰ ਪਤਾ ਚੱਲੇ ਫੀਲਡ ਜਾ ਕੇ ਕਿ ਮੈਂ ਕੀ ਲੱਭਣਾ ਹੈ।
ਤਾਂ ਉਹਨਾਂ ਚੀਜ਼ਾਂ ਦੇ ਉੱਤੇ ਕਰਦੇ ਹਾਂ, ਜਿਵੇਂ ਅਸੀਂ ਤੁਸੀਂ ਕੈਡਾਵਰ ਡੌਗਸ ਦਾ ਕਹਿੰਦੇ ਸੀ, ਡੈਡ ਬੋਡੀਜ਼ ਲੱਭਣ ਲਈ। ਸੋ ਅਸੀਂ ਫਿਰ ਬੋਡੀ ਪਾਰਟਸ ਲਿਆਉਂਦੇ ਹਾਂ, ਉਹਨਾਂ ਨੂੰ ਦੱਬਦੇ ਹਾਂ ਕਈ ਥਾਵਾਂ 'ਤੇ, ਤਾਂ ਕਿ ਉਸ ਹਿਸਾਬ ਨਾਲ ਡੌਗਸ ਨੂੰ ਐਕਚੁਅਲ ਲਾਈਫ ਐਕਸਪੀਰੀਅੰਸ ਮਿਲੇ, ਤਾਂ ਹੀ ਕਰਕੇ ਡੌਗ ਨੂੰ ਜਾ ਕੇ ਜਾਂ ਫੀਲਡ ਡਿਪਲੋਏ ਹੁੰਦੇ ਕੋਈ ਦਿੱਕਤ ਨਾ ਆਏ। ਆਹੀ ਰੀਜ਼ਨ ਹੈ ਕਿ ਸਾਡੇ ਡੌਗਸ ਜਿੱਥੇ ਹੁਣ ਜੇਲ੍ਹਾਂ ਦੇ ਵਿੱਚ ਡਿਪਲੋਏ ਹੋਏ ਆ, ਉੱਥੇ ਬੜੇ ਇਹਨਾਂ ਨੇ ਮੋਬਾਈਲ ਫੋਨਸ, ਨਾਰਕੋਟਿਕਸ ਇਸ ਲਈ ਫੜਦੇ ਆ ਬਿਕੋਜ਼ ਅਸੀਂ ਉਹਨਾਂ ਨੂੰ ਐਕਚੁਅਲ এনवायरमेंट ਟ੍ਰੇਨ ਕੀਤਾ ਹੈ। ਦੈਟ ਇਜ਼ ਦ ਰੀਜ਼ਨ ਕਿ ਸਾਡੇ ਸਕਸੈਸ ਰੇਟ ਬਹੁਤ ਜ਼ਿਆਦਾ ਹੈ। ਕਿੰਨੇ ਸਾਲ ਹੋ ਗਏ ਇੱਥੇ ਟ੍ਰੇਨ ਕਰਦੇ ਨੂੰ? ਅਸੀਂ ਇਹ ਇੰਸਟੀਚਿਊਟ ਦੀ 2015 'ਚ ਸਟਾਰਟ ਹੋਇਆ ਸੀਗਾ ਐਂਡ 2016 'ਚ ਸਾਡਾ ਫਸਟ ਬੈਚ ਤਿਆਰ ਹੋ ਕੇ ਪੰਜਾਬ ਪੁਲਿਸ ਨੇ ਲਿੱਤੇ ਸੀ 27 ਡੌਗਸ, ਜਿਹੜੇ ਕਿ ਡਿਫਰੈਂਟ ਡਿਸਟ੍ਰਿਕਟਸ ਡਿਪਲੋਏ ਹੋਏ ਸੀ। ਤੇ ਉਦੋਂ ਦੀ ਗੱਲ ਹੈ ਕਿ ਇਲੈਕਸ਼ਨ ਕਮਿਸ਼ਨ ਨੇ ਵੀ ਸਾਨੂੰ ਰਿਕੁਐਸਟ ਕੀਤੀ ਸੀ, ਫਸਟ ਟਾਈਮ ਇੰਡੀਅਨ ਹਿਸਟਰੀ 'ਚ ਹੋਇਆ ਸੀ ਕਿ ਇਲੈਕਸ਼ਨ ਕਮਿਸ਼ਨ ਨੇ ਪੰਜਾਬ ਦੇ ਵਿੱਚ ਡੌਗਸ ਡਿਪਲੋਏ ਕੀਤੇ ਸੀ। ਤੇ ਜਿਸ ਦਿਨ ਡੌਗ ਡਿਪਲੋਏ ਸੀ ਉਸੇ ਦਿਨ ਤੋਂ ਉਹਨਾਂ ਨੇ ਡਿਫਰੈਂਟ ਨਾਕਿਆਂ 'ਤੇ ਨਾਰਕੋਟਿਕਸ ਪਕੜਨੇ ਸ਼ੁਰੂ ਕਰਤੇ ਸੀਗੇ। ਉਹ ਫਸਟ ਟਾਈਮ ਹਿਸਟਰੀ 'ਚ ਹੋਇਆ ਸੀ। ਰੀਜ਼ਨ ਆਹੀ ਸੀ ਕਿਉਂਕਿ ਅਸੀਂ ਐਕਚੁਅਲ ਨਾਰਕੋਟਿਕਸ 'ਤੇ ਟ੍ਰੇਨ ਕੀਤਾ ਸੀਗਾ, ਸੋ ਬੜਾ ਅੱਛਾ ਸਕਸੈਸ ਰਿਹਾ। ਉਸ ਤੋਂ ਬਾਅਦ ਫਿਰ ਡਿਫਰੈਂਟ ਫੋਰਸਿਸ ਆਉਂਦੀ ਗਈਆਂ, ਸਾਡੇ ਹੁਣ ਚੱਲ ਰਹੇ ਹਨ। ਜੀ, ਭਾਰਤ ਵਿੱਚ ਅਜਿਹੀ ਥਾਂ ਹੈ ਜਿੱਥੇ ਓਰੀਜਨਲ ਟ੍ਰੇਨਿੰਗ ਦਿੱਤੀ ਜਾਂਦੀ ਹੈ? ਹਾਂਜੀ, ਓਰੀਜਨਲ ਟ੍ਰੇਨਿੰਗ ਤੁਸੀਂ ਜਾਂ ਐਕਚੁਅਲ ਐਕਸਪਲੋਸਿਵਸ ਤੇ ਐਕਚੁਅਲ ਨਾਰਕੋਟਿਕਸ ਤੇ ਉਹ ਚੀਜ਼ਾਂ ਤੇ ਅਸੀਂ ਟ੍ਰੇਨ ਕਰਦੇ ਹਾਂ ਜੀ। ਜੀ, ਹੁਣ ਅਸੀਂ ਦਰਸ਼ਕਾਂ ਨੂੰ ਦਿਖਾਉਂਦੇ ਹਾਂ ਕਿ ਟ੍ਰੇਨਿੰਗ ਕਿਸ ਤਰ੍ਹਾਂ ਕੀਤੀ ਜਾਂਦੀ ਹੈ, ਤੇ ਨਾਲ ਤੁਹਾਨੂੰ ਵੀ ਲੈ ਕੇ ਚੱਲਾਂਗੇ ਤੇ ਉੱਥੇ ਗੱਲਬਾਤ ਕਰਾਂਗੇ ਤੇ ਦਰਸ਼ਕਾਂ ਨੂੰ ਦਿਖਾਵਾਂਗੇ ਕਿ ਲਾਈਵ ਟ੍ਰੇਨਿੰਗ ਡੌਗਸ ਦੀ ਕਿਸ ਤਰ੍ਹਾਂ ਹੁੰਦੀ ਹੈ, ਕਿਸ ਤਰ੍ਹਾਂ ਇਹਨਾਂ ਨੂੰ ਟ੍ਰੇਨ ਕੀਤਾ ਜਾਂਦਾ ਹੈ, ਮਾਸਟਰਸ ਦੀ ਕਮਾਂਡ ਕਿੱਦਾਂ ਸੁਣਦੇ, ਕਿੱਦਾਂ ਮਾਸਟਰਸ ਕਮਾਂਡ ਦਿੰਦੇ ਆ, ਪੂਰਾ ਲਾਈਵ ਐਕਸਪੀਰੀਅੰਸ ਤੁਹਾਨੂੰ ਹੁਣ ਦਿਖਾਉਂਦੇ ਆ। ਇਹ ਬੈਲਜੀਅਨ ਮੈਲੇਨੋਇਸ ਹੈ ਜੀ। ਇਹ ਬਰੀਡਸ ਇੰਡੀਆ ਦੇ ਵਿੱਚ ਸਭ ਤੋਂ ਪਹਿਲਾਂ ਇੰਟਰੋਡਿਊਸ ਹੋਈ ਸੀ, ਆਰਮੀ ਨੇ ਇੰਟਰੋਡਿਊਸ ਕੀਤੀਆਂ ਸੀ ਆਲਮੋਸਟ 15 ਇਅਰਸ ਬੈਕ। ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਹੈ ਟ੍ਰੇਡਸ ਹੈ, ਬਿਕੋਜ਼ ਦਿਸ ਇਜ਼ ਅ ਵੈਰੀ એનર્ਜੈਟਿਕ ਡੌਗ। ਇਹ ਦੀ 8 ਬਲੱਡ ਲਾਈਨਸ ਹੈ, ਜਿਹਨੂੰ ਆਪਾਂ ਕਹਿੰਦੇ ਆ। ਇਹਨਾਂ ਦੇ ਪੁਸ਼ਤੇ ਜਿਹੜੇ ਸੀਗੇ ਉਹ 8 ਸੀਗੇ। ਉਸ ਤੋਂ ਅੱਗੇ ਇਹਨਾਂ ਦੇ ਡਰॉ ਕਰਦੇ ਆ ਗਏ। ਇਹ ਜਿਹੜੇ ਡੌਗਸ ਹੈ ਮੈਂ ਨੀਦਰਲੈਂਡ ਤੋਂ ਲਿਆਂਦੇ ਸੀਗੇ ਐਂਡ ਦੇ ਆਰ ਵੈਰੀ ਹਾਈਲੀ એનર્ਜੈਟਿਕ। ਇਹਨਾਂ ਦੀ ਆਲਮੋਸਟ ਦਿਨ ਦੀ 18 ਕਿਲੋਮੀਟਰਸ ਦੀ ਤਾਂ ਅਸੀਂ ਵਾਕ ਕਰਾਉਣੀ ਪੈਂਦੀ ਹੈ, ਸੋ ਜਸਟ ਟੂ ਚੈਨਲਾਈਜ਼ ਦੇਅਰ એનર્ਜੀ। ਤੁਸੀਂ ਅੱਜ ਦੇਖ ਰਹੇ ਹੋ ਮੀਂਹ ਦੇ ਵਿੱਚ ਵੀ ਹੈ, ਇਹਦਾ ਜਿਹੜਾ ਮਾਸਟਰ ਹੈ ਇਹਨੇ ਸਿਰਫ ਆਪਣੇ ਮਾਸਟਰ ਦੀ ਕਮਾਂਡ ਸੁਣਨੀ ਹੈ, ਤੇ ਮਾਸਟਰ ਨੇ ਜਦ ਇੱਕ ਵਾਰੀ ਕਹਿਤਾ ਕਿ ਵੀ ਤੂੰ ਬੈਠ ਜਾ ਇੱਥੇ ਜਾਂ ਸੈਟ ਜਾਂ ਸਟੇ, ਜੋ ਉਹਨੇ ਕਮਾਂਡ ਦਿੱਤੀ ਉਹਨੇ ਉੱਥੇ ਹੀ ਬੈਠੇ ਰਹਿਣਾ ਜਦ ਤੱਕ ਉਹਦਾ ਮਾਸਟਰ ਉਹਨੂੰ ਦੁਬਾਰਾ ਕਮਾਂਡ ਨਹੀਂ ਦਿੰਦਾ ਕੋਈ ਕੰਮ ਕਰਨੀ। ਸੋ ਇਹ ਜਨਰਲੀ ਯੂਜ਼ ਹੁੰਦੇ ਹੈ, ਤੁਸੀਂ ਕਹੋ ਨੈਕਸਲਾਈਟ ਏਰੀਆਜ਼ ਹੋ ਗਏ ਜਾਂ ਆਰਮੀ ਯੂਜ਼। ਇਹ ਸਟੇਟ ਪੁਲਿਸ ਫੋਰਸਿਸ ਵੀ ਬਹੁਤ ਘੱਟ ਯੂਜ਼ ਕਰਦੀਆਂ। ਰੀਜ਼ਨ ਕੀ ਹੈ, એનર્ਜੀ ਇੰਨੀ ਹੈ, ਇਹਨਾਂ ਨੂੰ ਡੇਲੀ ਦਾ ਕੰਮ ਕਰਾਉਣਾ ਪੈਂਦਾ ਹੈ। ਇਹਨਾਂ ਨੂੰ ਹੁੰਦਾ ਕੰਮ ਅਸੀਂ ਕਰਾਂਗੇ ਤਾਂ ਹੀ ਇਹਨਾਂ ਦੀ એનર્ਜੀ ਚੈਨਲਾਈਜ਼ ਹੁੰਦੀ ਹੈ, ਅਦਰਵਾਈਜ਼ ਇਟ ਬਿਕਮਸ ਵੈਰੀ ਡਿਫਿਕਲਟ ਇਹਨਾਂ ਵਾਸਤੇ ਵੀ ਸਟੇ ਕਰਨਾ। ਸੋ ਉਹਨੂੰ ਮੈਂ ਹੁਣ ਕਹਾਂਗਾ ਮੈਂਕ ਨੂੰ ਇਹ ਕਮਾਂਡ ਦੇਗਾ ਤਾਂ ਉਸ ਤੋਂ ਬਾਅਦ ਜਸਟ ਇਹਨੇ ਹੁਣ ਕਮਾਂਡ ਦਿੱਤੀ ਇਹਨੂੰ ਉੱਪਰ ਉਹਦਾ ਆਬਸਟੀਕਲ ਕੋਰਸ ਹੈ ਉੱਤੇ ਜਾਣ ਦੀ। ਐਂਡ ਤੁਸੀਂ ਦੇਖੋਗੇ ਇਹਨੇ ਸਿਰਫ ਆਪਣੇ ਮਾਸਟਰ ਵੱਲ ਹੀ ਦੇਖਣਾ ਹੈ, ਸਾਡੇ ਕਿਸੇ ਵੱਲ ਇਹਨੂੰ ਕੋਈ ਡਿਸਟਰੈਕਸ਼ਨ ਨਹੀਂ। ਮੀਂਹ ਦੇ ਵਿੱਚ ਵੀ ਇਹਨੂੰ ਕੋਈ ਇਸ਼ੂ ਨਹੀਂ ਹੈ ਕੰਮ ਕਰਨ ਦਾ। ਇਹਨੇ ਮੀਂਹ ਦੇ ਵਿੱਚ ਵੀ ਕੰਮ ਕਰੀ ਜਾਣਾ, ਇਹਨੇ ਸਿਰਫ ਇਹੀ ਦੇਖਣਾ ਹੈ ਕਿ ਹੋ ਕੀ ਰਿਹਾ। ਉਹ ਛੋਟਾ ਡੌਗ ਤੁਸੀਂ ਦੇਖਿਆ ਹੋਏਗਾ, ਉਹਦੇ ਵੱਲ ਵੀ ਨਹੀਂ ਦੇਖਣਾ, ਇਹਨੂੰ ਕੋਈ ਡਿਸਟਰੈਕਸ਼ਨ ਨਹੀਂ ਹੈ। ਇਹਨਾਂ ਨੂੰ ਟ੍ਰੇਨ ਕਰਨ ਦਾ ਕਿੰਨਾ ਟਾਈਮ ਪੀਰੀਅਡ ਹੁੰਦਾ ਹੈ? ਦੇਖੋ ਜੀ, ਟ੍ਰੇਨਿੰਗ ਡਿਫਰੈਂਟ ਟ੍ਰੇਡਸ ਜਿਹਨੂੰ ਕਹਿ ਲਓ ਤੁਸੀਂ, ਜਾਂ ਜਿਵੇਂ ਨਾਰਕੋਟਿਕਸ ਦੇ ਉੱਤੇ ਹੋ ਗਏ, ਆਪਣਾ ਐਕਸਪਲੋਸਿਵਸ ਤੇ ਡੌਗ ਹੋ ਗਏ, ਉਸ ਤੋਂ ਬਾਅਦ ਕੈਡਾਵਰ ਡੈਡ ਬੋਡੀ ਸਰਚ ਕਰਨੀ, ਹਰ ਇੱਕ ਦੇ ਡਿਫਰੈਂਟ ਟ੍ਰੇਨਿੰਗ ਸ਼ਡਿਊਲਸ ਹਨ ਤੇ ਪ੍ਰੋਗਰਾਮਸ ਹਨ ਜਿਹੜੇ ਅਸੀਂ ਕਰਦੇ ਹਾਂ। ਉਸ ਬੇਸ ਤੇ ਅਸੀਂ ਟ੍ਰੇਨਿੰਗ ਹੁੰਦੀ ਹੈ। ਮਿਨੀਮਮ ਟ੍ਰੇਨਿੰਗ ਪੀਰੀਅਡ ਇਹਨਾਂ ਦਾ 3 ਮੰਥਸ ਤੋਂ ਲੈ ਕੇ ਆਲਮੋਸਟ 1 ਈਅਰ ਤੱਕ ਟ੍ਰੇਨਿੰਗ ਚੱਲਦੀ ਹੈ। ਜਿਵੇਂ ਤੁਹਾਨੂੰ ਮੈਂ ਦੱਸ ਰਿਹਾ ਸੀਗਾ, ਰੂਮ ਇੰਟਰਵੈਂਸ਼ਨ ਡੌਗਸ ਹੁੰਦੇ ਆ। ਰੂਮ ਇੰਟਰਵੈਂਸ਼ਨ ਡੌਗ ਕੀ ਹੈ, ਉਹ ਸੇਮ ਬੈਲਜੀਅਨ ਹੀ ਹੁੰਦੇ ਆ। ਇਹਨਾਂ ਤੇ ਕੈਮਰਾ ਮਾਊਂਟਡ ਹੁੰਦਾ ਇਹਨਾਂ ਦੇ ਸਿਰ ਦੇ ਉੱਤੇ, ਤੇ ਪਲੱਸ ਇਹਨਾਂ ਦੇ ਵਾਕੀ ਟਾਕੀ ਸੈੱਟ ਲੱਗਿਆ ਹੁੰਦਾ ਕੰਨ 'ਚ। ਰਿਮੋਟਲੀ ਅਸੀਂ ਇਹਨਾਂ ਨੂੰ ਕਮਾਂਡ ਦਿੰਦੇ ਹਾਂ ਕਿ ਵੀ ਇਹ ਰੂਮ ਦੇ ਅੰਦਰ ਜਾਣਾ ਜਿੱਥੇ ਕੋਈ ਟੈਰਰਿਸਟ ਜਾਂ ਮਿਲੀਟੈਂਟ ਹੀ ਇਜ਼ ਹਿਡਨ ਓਵਰ ਦੇਅਰ। ਤੁਹਾਨੂੰ ਜਦ ਕਮਾਂਡ ਜਾਂਦੀ ਹੈ ਡੌਗ ਅੰਦਰ ਜਾਂਦਾ ਹੈ ਤੇ ਜਾ ਕੇ ਉਹਨੂੰ ਕਰਦਾ, ਸੋ ਦੈਟ ਹਿਊਮਨ ਕੈਜੁਅਲਟੀ ਘੱਟ ਜਾਏ। ਸੇਮ ਵੇ ਜਿਵੇਂ ਤੁਹਾਨੂੰ ਦੱਸ ਰਿਹਾ ਸੀ ਨਾਰਕੋਟਿਕਸ ਹੋ ਗਏ, ਐਕਸਪਲੋਸਿਵਸ ਤੇ, ਉਹਨਾਂ 'ਤੇ ਕੀ ਕਰਦੇ ਹਾਂ ਅਸੀਂ, ਡੌਗ ਨੂੰ ਪਹਿਲਾਂ ਸੈਂਟਸ ਜਿਹੜੀ ਉਹਨਾਂ ਦੀ ਸਮੈਲ ਹੁੰਦੀ ਹੈ ਐਕਸਪਲੋਸਿਵਸ ਦੀ, ਨਾਰਕੋਟਿਕਸ ਦੀ, ਅਸੀਂ ਉਹ 'ਤੇ ਅਸੀਂ ਟ੍ਰੇਨ ਕਰਦੇ ਹਾਂ, ਉਹ 'ਤੇ ਇੰਪ੍ਰਿੰਟ ਕਰਦੇ ਹਾਂ ਕਿ ਡੌਗ ਨੂੰ ਸੈਂਟਸ ਦੀ ਸਮੈਲ ਆ ਜਾਏ। ਕਿਉਂਕਿ ਜਿਹੜਾ ਇੱਕ ਡੌਗ ਹੈ ਉਹ 18,000 ਡਿਫਰੈਂਟ ਸੈਂਟਸ ਨੂੰ ਆਇਡੈਂਟੀਫਾਈ ਕਰ ਸਕਦਾ। ਤਾਂ ਅਸੀਂ ਉਸ ਹਿਸਾਬ ਨਾਲ ਇਹਨਾਂ ਨੂੰ ਟ੍ਰੇਨ ਕਰਦੇ ਹਾਂ ਫॉर ਆਲਮੋਸਟ 5 ਵੀਕਸ। 5 ਹਫ਼ਤਿਆਂ ਬਾਅਦ ਫਿਰ ਅਸੀਂ ਇਹਨਾਂ ਨੂੰ, ਜਦੋਂ ਇਹਨਾਂ ਦਾ ਹੈਂਡਲਰ ਆਉਂਦਾ ਜਿੱਥੇ ਇਹਨਾਂ ਨੇ ਡਿਪਲੋਏ ਹੋਣਾ ਹੁੰਦਾ, ਉੱਥੇ ਜਾ ਕੇ ਅਸੀਂ ਇਹਨਾਂ ਨੂੰ ਫਿਰ ਅਸੀਂ ਉਹਨਾਂ ਨਾਲ ਮੈਰਿੰਗ ਅਪ ਕਰਾਉਂਦੇ ਹਾਂ ਜਿਹੜਾ ਹੈਂਡਲਰ ਹੁੰਦਾ। ਫਿਰ ਹੈਂਡਲਰ ਦੀ ਵੀ ਸਾਨੂੰ ਸਾਈਕੋਲੋਜੀ ਦੇਖਣੀ ਹੁੰਦੀ ਹੈ ਉਹ ਚੀਜ਼। ਹੁਣ ਤੁਹਾਨੂੰ ਜਿਹੜਾ ਅਸੀਂ ਦਿਖਾ ਰਹੇ ਹਾਂ ਕਿ ਇਹ ਅੱਗੇ ਇੱਕ ਟਾਰਗੇਟ ਹੈ ਕਿ ਇਹ ਬੰਦਾ ਜਿਹੜਾ ਹੈ ਇਹ ਬੰਦਾ ਠੀਕ ਨਹੀਂ ਹੈ, ਇਹ ਬੰਦਾ ਜਿਹੜਾ ਹੈ ਕਿ ਇਹ ਸ਼ਰਾਰਤੀ ਅਨਸਰ ਹੈ। ਤਾਂ ਉਹਦਾ ਜਿਹੜਾ ਮਾਸਟਰ ਹੈ ਉਹਨੇ ਕਮਾਂਡ ਦੇਣੀ, ਹਾਲੀ ਤੱਕ ਉਹਨੂੰ ਦੇਖ ਰਿਹਾ, ਉਹਨੂੰ ਉਹ ਐਕਸਾਈਟ ਕਰ ਰਿਹਾ ਕਿ ਤੂੰ ਆ ਮੈਨੂੰ। ਜਦ ਤੱਕ ਉਹਦੇ ਮਾਸਟਰ ਨੇ ਨਹੀਂ ਕਹਿਣਾ ਉਹਨੇ ਉਹਨੂੰ ਫੜਨਾ ਨਹੀਂ ਹੈ।
ਤੋ ਜਸਟ ਸੀ ਉਹਨੇ ਕਿਵੇਂ ਕਰਨਾ। ਉਹਨੇ ਇੱਕ ਵਾਰੀ ਕਮਾਂਡ ਦਿੱਤੀ ਹੈ, ਦੇਖੋ ਉਹਨੇ ਜਾ ਕੇ ਸਿੱਧਾ ਉਹਨੂੰ ਜਾ ਕੇ ਫੜ ਲਿਆ। ਹਾਂ, ਉਹਨੂੰ ਉਹ ਡੰਡੇ ਨਾਲ ਵੀ ਮਾਰਨ ਦੀ ਕੋਸ਼ਿਸ਼ ਕਰੂਗਾ, ਬਟ ਉਹਨੇ ਉਹਨੂੰ ਛੱਡਣਾ ਨਹੀਂ ਜਦ ਤੱਕ ਉਹਦਾ ਮਾਸਟਰ ਨਹੀਂ ਕਹਿੰਦਾ ਤੂੰ ਉਹਨੂੰ ਛੱਡ ਦੇ। ਉਹਨੇ ਨਹੀਂ ਛੱਡਣਾ, ਉਹਨੇ ਉਹਨੂੰ ਫੜੀ ਰੱਖਣਾ ਹੈ ਜਦ ਤੱਕ ਉਹ ਨਹੀਂ ਕਹਿੰਦਾ ਕਿ ਵੀ ਤੂੰ ਛੱਡ ਦੇ। ਉਹਦੇ एनर्जी बहुत है। એનર્ਜੀ ਬਹੁਤ ਜ਼ਿਆਦਾ ਹੈ ਤੇ ਇਹਨਾਂ ਦਾ ਬਾਈਟ ਵਰਕ ਬੜਾ ਸਟਰੋਂਗ ਹੈ, ਛੱਡਦੇ ਨਹੀਂ। ਅਗਰ ਇੱਕ ਵਾਰੀ ਚੀਜ਼ ਇਹਨਾਂ ਨੇ ਫੜ ਲਈ ਇਹਨਾਂ ਦੇ ਮੂੰਹ 'ਚ, ਉਹਨੇ ਹੁਣ ਉਹਨੂੰ ਕਿਹਾ ਸਟੇ, ਉਹਨੇ ਉਹਨੂੰ ਕਮਾਂਡ ਦਿੱਤੀ ਹੈ, ਉਹਨੂੰ ਕਿਹਾ ਕਿ ਛੱਡ। ਜਦ ਤੱਕ ਉਹਨੇ ਮਾਸਟਰ ਵੱਲੋਂ ਨੇ ਦੇਖੋ ਉਹਨੇ ਛੱਡਿਆ, ਉਹਨੇ ਉਹਨੂੰ ਕਿਹਾ ਛੱਡ ਦਿਓ, ਬੈਠ ਕੇ ਆਰਾਮ ਨਾਲ। ਸੋ ਆਹੀ ਇਹਨਾਂ ਦੀਆਂ ਚੀਜ਼ਾਂ ਹੈਗੀਆਂ ਜਿਹੜੇ ਡੌਗਸ ਦੀਆਂ, ਕਿ ਇਹਨਾਂ ਤੁਸੀਂ ਦੇਖੋ ਉਹਨੇ ਆਪਣੇ ਮਾਸਟਰ ਦੇ ਨਾਲ ਹੀ ਰਹਿਣਾ ਹੈ। ਹਾਂ, ਉਹਦੇ ਨਾਲ ਹੀ ਰਹਿਣਾ ਹੈ। ਤੇ ਇਹਨਾਂ ਨੂੰ ਅਸੀਂ এনवायरमेंट ਵੀ ਉਹ ਜਿਹਾ ਦਿੰਦੇ ਹਾਂ, ਬਿਕੋਜ਼ ਦੇਖੋ ਇਹਨਾਂ ਨੇ ਜਦ ਡਿਪਲੋਏ ਹੁੰਦੇ ਆ ਫੀਲਡ ਜੰਗਲਸ ਦੇ ਵਿੱਚ, ਉੱਥੇ ਮੀਂਹ ਦਾ ਵੀ ਹੁੰਦਾ ਹੈ, ਗਰਮੀ ਵੀ ਸਰਦੀ ਵੀ, ਅਸੀਂ ਉਹਨਾਂ ਨੂੰ ਹਰ ਇੱਕ এনवायरमेंट ਦੇ ਵਿੱਚ ਟ੍ਰੇਨ ਕਰਦੇ ਹਾਂ। ਮੈਂ ਉਹੀ ਸਭ ਨੂੰ ਕਹਿੰਦਾ ਹੁੰਦਾ ਕਿ ਜਿਹੜਾ ਡੌਗ ਹੈ, ਡੌਗ ਨੂੰ ਡੌਗ ਦੀ ਲਾਈਫ ਜੀਣੀ, ਯਾਨੀ ਕੁੱਤੇ ਨੂੰ ਕੁੱਤੇ ਦੀ ਜ਼ਿੰਦਗੀ ਜੀਣ ਦਿਓ, ਉਹਨੂੰ ਤੁਸੀਂ ਬੱਚਾ ਨਾ ਬਣਾਓ। ਅਸੀਂ ਜਦ ਉਹਨੂੰ ਬੱਚਾ ਬਣਾ ਲੈਂਦੇ ਹਾਂ, ਉਹ ਫਿਰ ਟ੍ਰੇਨ ਨਹੀਂ ਹੋ ਪਾਉਂਦਾ, ਉਹ ਫਿਰ ਪਰਫਾਰਮ ਨਹੀਂ ਕਰਦਾ। ਸੋ ਇਹ ਗਾਰਡ ਡੌਗ ਟ੍ਰੇਨਿੰਗ ਹੈ, ਜੇ ਤੁਹਾਨੂੰ ਦੱਸਾਂਗੇ ਕਿ ਜਿਹੜਾ ਉਹਦਾ ਮਾਲਕ ਹੈ ਜਾ ਰਿਹਾ ਤੇ ਉਹਦੇ ਮਾਲਕ ਨੂੰ ਅਗਰ ਕੋਈ ਕੁਝ ਕਹੇਗਾ ਤਾਂ ਉਹਨੇ ਇਮੀਡੀਏਟ ਉਹਨੂੰ, ਤੁਸੀਂ ਦੇਖਿਆ ਹੱਥ ਮਾਰਿਆ, ਉਹਨੇ ਸਿਰਫ ਹੱਥ ਹੀ ਟੱਚ ਕੀਤਾ ਸੀਗਾ ਤਾਂ ਉਹਨੇ ਸਿੱਧਾ ਉਹਨੂੰ ਫੜ ਲਿਆ। ਸੋ ਇਹਨਾਂ ਨੂੰ ਅਸੀਂ ਗਾਰਡ ਡੌਗ ਟ੍ਰੇਨਿੰਗ ਕਹਿੰਦੇ ਹਾਂ, ਜਿਹਦੇ 'ਚ ਕਿ ਇਹਨੇ ਆਪਣੇ ਮਾਲਕ ਨੂੰ ਪ੍ਰੋਟੈਕਟ ਕਰਨਾ ਹਮੇਸ਼ਾ। ਸੋ ਇਹਨੂੰ ਗਾਰਡ ਡੌਗ ਜਨਰਲੀ ਤੁਸੀਂ ਫਾਰਮ ਹਾਊਸਸ 'ਤੇ ਜਾਂ ਵੱਡੇ ਬਿਜ਼ਨਸਮੈਨ ਪੋਲੀਟੀਸ਼ੀਅਨਸ ਹੋ ਗਏ, ਉਹ ਆਪਣੇ ਲਈ ਰੱਖਦੇ ਆ ਤਾਂ ਕਿ ਉਹਨਾਂ ਨੂੰ ਕੋਈ ਕੁਝ ਕਹੇ ਤਾਂ ਡੌਗ ਇਮੀਡੀਏਟਲੀ ਜਾ ਕੇ ਫੜ ਸਕਦਾ। ਤੇ ਉਹਨੇ ਹੁਣ ਆਪਣੀ ਕਮਾਂਡ ਦੇਣੀ ਹੈ, ਜਿਹੜਾ ਉਹਦਾ ਮਾਲਕ ਹੈ, ਤਾਂ ਉਹਨੇ ਉਹਨੂੰ ਛੱਡਣਾ ਬੰਦੇ ਨੂੰ, ਨਹੀਂ ਤਾਂ ਡੌਗ ਨੇ ਉਹਨੂੰ ਛੱਡਣਾ ਨਹੀਂ। ਹਾਂਜੀ, ਮੇਨਲੀ ਦਿਸ ਇਜ਼ ਯੂਜ਼ ਫॉर ਐਕਟਰਸ। ਐਕਟਰਸ ਵੀ ਯੂਜ਼ ਕਰਦੇ ਆ, ਕਈ ਵੱਡੇ ਬਿਜ਼ਨਸਮੈਨ ਹੋ ਗਏ ਜਿਨ੍ਹਾਂ ਦੇ ਵੱਡੇ ਫਾਰਮ ਹਾਊਸਸ ਹੈ, ਉੱਥੇ ਵਾਸਤੇ ਯੂਜ਼ ਕਰਦੇ ਆ। ਸੋ ਇਹਦੀ ਡਿਫਰੈਂਟ ਥਾਵਾਂ 'ਤੇ ਡਿਪਲੋਇਮੈਂਟਸ ਹੁੰਦੀ ਇਹਨਾਂ ਡੌਗਸ ਦੀ। ਜਿਹੜੇ ਸਾਡੇ ਟ੍ਰੇਨਰਸ ਹੈ, ਅਸੀਂ ਜਿਹੜਾ ਇੱਕ ਟ੍ਰੇਨਿੰਗ ਪ੍ਰੋਗਰਾਮ ਹੈ, ਇਹ ਸਾਰਾ ਟ੍ਰੇਨਿੰਗ ਪ੍ਰੋਗਰਾਮ ਤੁਸੀਂ ਇਹਦੇ ਨਾਲ ਯੂ ਕੈਨ ਡੂ ਇਟ। ਇਹ ਜਿਹੜਾ ਸਾਡਾ ਟ੍ਰੇਨਿੰਗ ਪ੍ਰੋਗਰਾਮ ਹੈ, ਇਹ ਸਾਰਾ ਅਸੀਂ US ਦੇ ਨਾਲ, ਉੱਥੇ ਉਹਨਾਂ ਦੀ ਇੱਕ ਆਰਗੇਨਾਈਜੇਸ਼ਨ ਹੈ ਨੋਨ ਐਜ਼ ATF, ਅਲਕੋਹਲ ਟੋਬੈਕੋ ਐਂਡ ਫਾਇਰ ਆਰਮਸ, ਜਿਹੜੇ ਕਿ ਡੌਗ ਟ੍ਰੇਨ ਕਰਦੇ ਆ ਫੂਡ ਰਿਵਾਰਡ ਪ੍ਰੋਗਰਾਮ 'ਤੇ। ਫੂਡ ਰਿਵਾਰਡ ਦਾ ਮਤਲਬ ਕੀ ਹੈ ਕਿ ਜਦੋਂ ਡੌਗ ਨੇ ਕੁਝ ਲੱਭਿਆ ਉਹਨੂੰ ਉਹਦਾ ਇਨਾਮ ਮਿਲਦਾ ਹੈ ਖਾਣਾ, ਤਾਂ ਉਹਦਾ ਇੰਟਰਸਟ ਹਮੇਸ਼ਾ ਬਣਿਆ ਰਹਿੰਦਾ ਡੌਗ ਦਾ ਕੰਮ ਕਰਨ ਦਾ। ਦੈਟ ਇਜ਼ ਦ ਰੀਜ਼ਨ ਸਾਡੇ ਡੌਗਸ ਦੀ ਪਰਫਾਰਮੈਂਸ ਬੜੀ ਚੰਗੀ ਰਹਿੰਦੀ ਹੈ, ਕਿਉਂਕਿ ਉਹਨੂੰ ਪਤਾ ਸਵੇਰੇ ਵੀ ਖਾਣਾ ਸੀ, ਉਹਨਾਂ ਦੇ ਕੈਨਲਸ ਨਹੀਂ ਪਾਉਂਦੇ। ਜਦੋਂ ਸਵੇਰੇ ਕੰਮ ਕਰ ਲੈਂਦਾ, ਆਪਣੀ ਟ੍ਰੇਨਿੰਗ 'ਤੇ ਡਰਿਲ 'ਤੇ ਚਲੇ ਜਾਂਦਾ, ਉਹਨੂੰ ਖਾਣਾ ਮਿਲਦਾ, ਸ਼ਾਮ ਨੂੰ ਵੀ ਉਸੇ ਟਾਈਮ ਉਹਨੂੰ ਖਾਣਾ ਮਿਲਦਾ। ਸੋ ਉਹਦੇ 'ਚ ਇੱਕ ਡਰਾਈਵ ਬਣੀ ਰਹਿੰਦੀ ਹੈ ਕਿ ਵੀ ਮੈਂ ਕੰਮ ਕਰਾਂਗਾ ਤਾਂ ਮੈਨੂੰ ਖਾਣਾ, ਯਾਨੀ ਜਿਹਨੂੰ ਆਪਾਂ ਪੰਜਾਬੀ 'ਚ ਕਹਿ ਸਕਦੇ ਦਿਹਾੜੀ ਕਰਾਂਗਾ ਤਾਂ ਮੈਨੂੰ ਰੋਟੀ ਮਿਲੇ, ਪੈਸੇ ਮਿਲਣਗੇ, ਰੋਟੀ। ਸੋ ਉਸੇ ਤਰੀਕੇ ਨਾਲ ਅਸੀਂ ਇਹਨਾਂ ਨੂੰ ਟ੍ਰੇਨ ਕਰਦੇ ਹਾਂ। ਇਹਨਾਂ ਨੂੰ ਪਤਾ ਹੁਣ ਜਿਵੇਂ ਹੁਣ ਇਹ ਕੰਮ ਕਰ ਲਿਆ, ਇਹਨੇ ਬਾਈਟ ਵਰਕ ਕਰ ਲਈ, ਇਹਨੂੰ ਇਸ ਤੋਂ ਬਾਅਦ ਇਹਦਾ ਖਾਣਾ ਮਿਲਣਾ ਹੈ। ਸੋ ਇਹ ਡੇਲੀ ਹੈ, ਇਹ ਨਹੀਂ ਹੈ ਜਿਵੇਂ ਇੰਡੀਆ 'ਚ ਟ੍ਰੇਨਿੰਗ ਹੁੰਦੀ ਸੀਗੀ ਕਿ ਇਹਨਾਂ ਦਾ ਕੀ ਪ੍ਰੋਬਲਮ ਹੁੰਦੀ ਹੈ ਇੰਡੀਆ ਦੇ ਵਿੱਚ ਟ੍ਰੇਨਿੰਗ ਦੇ ਵਿੱਚ, ਇਹਨੂੰ ਕਹਿੰਦੇ ਪਲੇ ਰਿਵਾਰਡ। ਉਹਨੇ ਕੁਛ ਲੱਭ ਲਿਆ, ਉਹਨੂੰ ਬਾਲ ਦੇਤੀ ਖੇਡਣ ਦੀ, ਸੋ ਉਹਦਾ ਇੰਟਰਸਟ ਆਫਟਰ ਫਿਊ ਈਅਰਸ ਖਤਮ ਹੋ ਜਾਂਦਾ ਹੈ, ਉਹ ਇੰਟਰਸਟ ਨਹੀਂ ਰਹਿੰਦਾ। ਬਟ ਇਹਨਾਂ 'ਚ ਹਮੇਸ਼ਾ ਇੰਟਰਸਟ, ਜਦ ਤੱਕ ਇਹ ਕੰਮ ਕਰਦੇ ਇਹਨਾਂ ਦਾ ਇੰਟਰਸਟ ਬਣਿਆ ਰਹਿੰਦਾ ਹੈ, ਇਹ ਕੰਮ ਕਰਦੇ ਰਹਿੰਦੇ ਆ। ਸੋ ਇਹ ਟ੍ਰੇਨਿੰਗ ਪ੍ਰੋਗਰਾਮ ਅਸੀਂ, ਜਿਹੜੇ ਮੇਰੇ ਟ੍ਰੇਨਰਸ ਆਉਂਦੇ ਸੀ ਪਹਿਲਾਂ, ਮਾਸਟਰ ਟ੍ਰੇਨਰਸ, ਉਹ ਸਾਰੇ US ਆਰਮੀ ਤੋਂ ਸੀਗੇ। ਉਹ ਆ ਕੇ ਉਹਨਾਂ ਨੇ ਟ੍ਰੇਨ ਕਰਦੇ ਡੌਗ, ਉਹਨਾਂ ਤੋਂ ਫਿਰ ਮੈਂ ਆਪਣੇ ਬੰਦੇ ਜਿਹੜੇ ਇੱਥੇ ਉਹ ਟ੍ਰੇਨ ਕਰਾਏ। ਜਿਵੇਂ ਤੁਹਾਨੂੰ ਹੁਣੀ ਮਿਲਾਵਾਂਗਾ ਮੈਂ ਮਿਤਾਲੀ ਰਾਣਾ, ਜਿਹੜੇ ਸਾਡੀ ਇੰਡੀਆ ਦੀ ਫਸਟ ਫੀਮੇਲ ਟ੍ਰੇਨਰ ਹੈ ਡੌਗਸ ਦੀ। ਉਹ ਇਹ ਬੈਲਜੀਅਨਸ ਨੂੰ ਵੀ ਟ੍ਰੇਨ ਕਰਦੀ ਹੈ, ਜਿਹੜੇ ਕਿ ਇੰਨੇ ਐਨਰਜੈਟਿਕ ਹੈ, ਉਹਨਾਂ ਨੂੰ ਟ੍ਰੇਨ ਕਰਦੀ ਹੈ। ਅਤੇ ਅਸੀਂ ਉਸ ਹਿਸਾਬ ਨਾਲ ਇਹ ਟ੍ਰੇਨਿੰਗ ਪ੍ਰੋਗਰਾਮ ਚਲਾਇਆ ਹੋਇਆ, ਅਤੇ ਇਹਦੇ 'ਚ ਸਾਨੂੰ ਰਿਜ਼ਲਟਸ ਬੜੇ ਅੱਛੇ ਮਿਲਦੇ ਆ, ਬਿਕੋਜ਼ ਡੌਗ ਨੂੰ ਪਤਾ ਮੈਂ ਲੱਭਾਂਗਾ ਤਾਂ ਮੈਨੂੰ ਕੁਛ ਰੋਟੀ ਮਿਲ, ਐਂਡ ਇਹਨੂੰ ਇਹ ਨਹੀਂ ਪਤਾ ਕਿ ਮੈਨੂੰ ਘਰ ਬੈਠੇ ਬੈਠੇ ਬਿਸਤਰੇ 'ਚ ਮਿਲ ਜਾਣੀ ਹੈ ਰੋਟੀ। ਸੋ ਉਸ ਹਿਸਾਬ ਨਾਲ ਅਸੀਂ ਆਪਣੀ ਟ੍ਰੇਨਿੰਗ ਚਲਾਉਂਦੇ ਹਾਂ। ਸੋ ਫਰਸਟ ਫੀਮੇਲ ਟ੍ਰੇਨਰ ਹੈ ਤੇ ਨਾਲੇ ਹੁਣ ਸਰਚ ਆਪਰੇਸ਼ਨ ਕੀ ਕਰਨ ਜਾ ਰਹੇ ਨੇ ਹੁਣ? ਹਾਂਜੀ, ਇਹ ਅਸੀਂ ਇੱਥੇ ਜਿਵੇਂ ਅੱਜ ਕੱਲ੍ਹ ਪੰਜਾਬ 'ਚ ਉਹਦਾ ਸ਼ਰਾਬ ਦਾ, ਲਾਹਨ ਦਾ ਬੜਾ ਚੱਲਿਆ ਹੋਇਆ ਕਿ ਲੋਕੀ ਪਿੰਡਾਂ 'ਚ ਫੜਦੇ ਹਨ, ਤਾਂ ਅਸੀਂ ਉਹਨਾਂ ਨੂੰ ਡੌਗਸ ਨੂੰ ਟ੍ਰੇਨ ਕੀਤਾ ਹੈ ਸ਼ਰਾਬ, ਦੇਸੀ ਸ਼ਰਾਬ ਇੰਗਲਿਸ਼ ਹੋ ਗਈ ਜਾਂ ਲਾਹਨ ਹੋ ਗਈ, ਉਹਨੂੰ ਕਿਵੇਂ ਫੜਨਾ, ਕਿਉਂਕਿ ਲੋਕੀ ਜਨਰਲੀ ਪਿੰਡਾਂ 'ਚ ਲਾਹਨ ਨੂੰ ਜ਼ਮੀਨ 'ਚ ਦੱਬਿਆ ਹੁੰਦਾ ਕਾਫੀ ਥੱਲੇ, ਤਾਂ ਅਸੀਂ ਉਹ ਡੌਗ ਨੂੰ ਟ੍ਰੇਨ ਕੀਤਾ ਹੋਇਆ ਲਾਹਨ ਨੂੰ ਕਿਵੇਂ ਲੱਭਣਾ ਹੈ। ਸੋ ਇਹ ਹੁਣ ਤੁਹਾਨੂੰ ਦਿਖਾਉਂਦੇ ਹਾਂ ਕਿਵੇਂ ਲੱਭਦਾ। ਉਹਨੂੰ ਉਹਦੀ ਟ੍ਰੇਨਰ ਲੈ ਕੇ ਜਾ ਰਹੀ ਹੈ, ਇਹਦਾ ਨਾਮ ਮਿਤਾਲੀ ਰਾਣਾ ਹੈ। ਇਹਨੇ ਆਪਣਾ ਸਰਚ ਕਰਨਾ, ਸਰਚ ਕਰਕੇ ਨੇ ਦੇਖਣਾ ਕਿੱਥੇ ਹੈ, ਜਿੱਥੇ ਦੱਬਿਆ ਹੋਏਗਾ ਇਹਨੂੰ ਤੁਸੀਂ ਦੇਖੋਗੇ ਡੌਗ ਨੇ ਆਪਣੇ
ਜਿਹੜੀ ਉਹਦੀ ਹੈਂਡਲਰ ਹੈ ਉਹਨੂੰ ਉਹਨੇ ਇਨਫੋਰਮ ਉਹਨੂੰ ਅਲਰਟ ਕਰਨਾ। ਇਹਨਾਂ ਦਾ ਅਲਰਟ ਕਰਨ ਦਾ ਸਾਈਨ ਡਿਫਰੈਂਟ ਹੁੰਦਾ ਹੈ। ਆ ਦੇਖੋ ਉੱਥੇ ਉਹਨੂੰ ਦੱਸ ਰਿਹਾ ਕੀ ਹੈ, ਘੁਮਾ ਕੇ ਉਹਨੇ ਉੱਥੇ ਦੱਬਿਆ, ਉਹਨੂੰ ਜਿੱਥੇ ਉਹਨੇ ਅਲਰਟ ਕੀਤਾ ਉੱਥੇ ਬੈਠ ਗਿਆ। ਇਟ ਮੀਨਸ ਉੱਥੇ ਸਮਥਿੰਗ ਆ। ਹੁਣ ਇਹ ਮਿਤਾਲੀ ਦੇਖੀ ਕੀ ਹੈ, ਉਹਨੂੰ ਉਹਦਾ ਰਿਵਾਰਡ ਮਿਲ ਗਿਆ ਜਿਹੜਾ ਫੂਡ ਸੀ ਕਿ ਉਹਨੇ ਲੱਭਿਆ ਤੁਹਾਨੂੰ ਰਿਵਾਰਡ। ਹੁਣ ਉੱਥੇ ਉਹ ਦੱਬ ਕਰਨ ਦਿਖਾਓ ਉੱਥੇ, ਜਿਵੇਂ ਉਹ ਉੱਥੇ ਸੀਗਾ, ਉਹਨੂੰ ਪਤਾ ਕਿ ਮੈਂ ਉੱਥੇ ਲੱਭਿਆ। ਹੁਣ ਤੁਹਾਨੂੰ ਮੁੰਡਾ ਦਿਖਾਏਗਾ, ਉਹ ਕਹੀਂ ਨਾ ਕਿੰਨਾ ਥੱਲੇ ਦੱਬਿਆ ਹੋਇਆ ਸੀਗਾ ਬੋਤਲ ਦੇ ਵਿੱਚ। ਸੇ ਅਲਰਟ ਕਰਦੇ ਆ ਬੈਠ ਕੇ ਅਲਰਟ ਕਰਦੇ ਆ ਤੇ ਆਪਣੇ ਹੈਂਡਲਰ ਵੱਲ ਦੇਖਦੇ ਆ ਕਿ ਮੈਂ ਹੁਣ ਲੱਭ ਲਿਆ, ਮੈਨੂੰ ਮੇਰਾ ਇਨਾਮ ਦਿਓ। ਜਿਹਨੂੰ ਸੀ ਉਹ ਦੇਖੋ ਹੁਣ ਆਈ ਹੈ। ਆਹ ਲਾਹਨ ਸੀਗੀ ਜਿਹੜੀ ਇੱਥੇ ਦੱਬੀ ਹੋਈ ਸੀਗੀ। ਸੋ ਇਹ ਡੌਗ ਨੇ ਉੱਥੇ ਆ ਕੇ ਅਲਰਟ ਕਰਕੇ ਆਹ ਬੋਤਲਾਂ ਸੀਗੀਆਂ 2 ਜਿਹੜੀਆਂ ਉਹ 'ਚੋਂ ਕੱਢੀਆਂ ਇਹਨਾਂ ਨੇ। ਇਹ ਕਿਹੜੀ ਬਰੀਡ ਹੈ? ਇਹ ਲੈਬ ਹੈ ਜੀ, ਲੈਬਰਾਡੋਰ ਰਿਟਰੀਵਰ ਜਿਹਨੂੰ ਕਹਿੰਦੇ ਆ ਉਹ ਹੈ। ਇਹਨੂੰ ਅਸੀਂ ਸ਼ਰਾਬ ਦੇ ਉੱਤੇ ਤੇ ਨਾਰਕੋਟਿਕਸ 'ਤੇ ਟ੍ਰੇਨ ਕੀਤਾ ਹੋਇਆ ਲੱਭਣ ਵਾਸਤੇ। ਜਿਵੇਂ ਟਰੱਕਸ ਹੋ ਗਏ, ਉਹ ਚੀਜ਼ਾਂ ਹੋ ਗਈਆਂ, ਉਹਨਾਂ 'ਚੋਂ ਇਹ ਲੱਭਦੇ ਆ ਜੀ। ਤੇ ਇਹ ਡੌਗਸ ਕੌਣ ਲੈ ਕੇ ਜਾਂਦਾ ਹੈ? ਇਹ ਹੁਣ ਪੰਜਾਬ ਐਕਸਾਈਜ਼ ਤੇ ਹਰਿਆਣਾ ਐਕਸਾਈਜ਼ ਵਾਲਿਆਂ ਨੇ ਸਾਡੇ ਨਾਲ ਗੱਲ ਚੱਲ ਰਹੀ ਸੀ, ਉਹਨਾਂ ਨੇ ਆਰਡਰ ਫਾਈਨਲਾਈਜ਼ ਕੀਤੇ, ਉਹਨਾਂ ਨੇ ਲੈ ਕੇ ਜਾਣੇ ਆ ਐਕਸਾਈਜ਼ ਵਾਲਿਆਂ ਨੇ। ਉਹ ਜਿੰਨੀ ਇਹ ਸ਼ਰਾਬ ਦੀ ਚੋਰੀ ਹੁੰਦੀ ਹੈ, ਇਹ ਨਾਕਿਆਂ ਤੇ ਡਿਪਲੋਏ ਹੋਣਗੇ, ਉੱਥੇ ਲੱਭਣਗੇ ਇਹ ਡੌਗ। ਮਤਲਬ ਕਿਸੇ ਨੇ ਪੀਤੀ ਵੀ ਹੋਏ ਤਾਂ ਵੀ ਹਾਂ ਤੇ ਵੀ ਹਾਂ ਪੀਤੀ ਵੀ ਹੋਏ ਜਾਂ ਰੱਖੀ ਹੋਈ ਹੈ ਗੱਡੀ 'ਚ ਪਈ ਹੈ। ਹਾਂਜੀ, ਨਾਲੇ ਬੈਸਟ ਕੀ ਹੈ ਡੌਗਸ ਦਾ, ਇਹ ਇੱਕ ਜਿਹੜਾ ਇੰਗਲਿਸ਼ ਦਾ ਵਰਡ ਆਪਾਂ ਡੈਟਰੈਂਟ ਕਹਿੰਦੇ ਆ। ਲੋਕੀ ਡੌਗ ਨੂੰ ਦੇਖ ਕੇ ਹੀ ਡਰ ਜਾਂਦੇ ਆ ਕਿ ਵੀ ਹਾਂ ਇਹ ਡੌਗ ਹੈ, ਇਹਨੇ ਤਾਂ ਲੱਭਣਾ ਹੈ। ਕਿਉਂਕਿ ਰੀਜ਼ਨ ਕੀ ਹੈ, ਸਭ ਤੋਂ ਵੱਡਾ ਡੌਗ ਨੂੰ ਕੋਈ ਲਾਲਚ ਨਹੀਂ, ਨਾ ਤੁਸੀਂ ਉਹਨੂੰ ਕਰਪਟ ਕਰ ਸਕਦੇ ਹੋ। ਉਹਨੂੰ ਤਾਂ ਪਤਾ ਹੈ ਕਿ ਮੈਨੂੰ ਖਾਣਾ ਤਾਂ ਮਿਲਣਾ, ਮੈਂ ਲੱਭਣਾ ਹੈ। ਅਗਰ ਤੁਸੀਂ ਇਹੀ ਕੰਮ ਕਿਸੇ ਹਿਊਮਨ ਨੂੰ ਦਿੱਤਾ ਹੋਏ, ਉਹਨੂੰ ਤੁਸੀਂ ਕਰਪਟ ਵੀ ਕਰ ਸਕਦੇ ਹੋ, ਪੈਸੇ ਦੇ ਸਕਦੇ ਹੋ, ਰਿਸ਼ਵਤ ਦੇ ਸਕਦੇ ਹੋ। ਡੌਗ ਨੂੰ ਕੋਈ ਰਿਸ਼ਵਤ ਨਹੀਂ ਹੈ। ਹਾਂ, ਸੋ ਇਹਨੇ ਆਪਣਾ ਕੰਮ ਕਰਨਾ ਹੀ ਕਰਨਾ ਹੈ। ਸੋ ਦੈਟ ਇਜ਼ ਦ ਰੀਜ਼ਨ ਕਿ ਡੌਗਸ ਬੜੇ ਸਕਸੈਸਫੁਲ ਵਰਲਡ ਓਵਰ ਇਹ ਜਿਹੜੇ ਨਾਰਕੋਟਿਕਸ ਐਕਸਪਲੋਸਿਵਲੀ ਯੂਜ਼ ਹੁੰਦੇ ਆ। ਸੋ ਦੈਟ ਇਜ਼ ਵਾਈ ਅਸੀਂ ਇੰਡੀਆ 'ਚ ਇਹਨਾਂ ਨੂੰ ਹੁਣ ਯੂਜ਼ ਕਰ ਰਹੇ ਹਾਂ ਇਸ ਪਰਪਸ ਵਾਸਤੇ। ਨਾਲੇ ਸਭ ਤੋਂ ਹੈਰਾਨ ਕਰਨ ਦੇਣ ਵਾਲੀ ਗੱਲ, ਕੁੜੀਆਂ ਬਹੁਤ ਘੱਟ ਦਿਖਦੀਆਂ ਇਸ ਪ੍ਰੋਫੈਸ਼ਨ 'ਚ। ਆਪਾਂ ਇੱਕ ਵਾਰ ਟ੍ਰੇਨਰ ਨੂੰ ਵੀ ਬੁਲਾ ਲਈਏ। ਹਾਂਜੀ, ਫਰਸਟ ਟ੍ਰੇਨਰ ਸ਼ੀ ਇਜ਼ ਦ ਫਰਸਟ ਟ੍ਰੇਨਰ ਹੈ ਜਿਹੜੀ ਡੌਗਸ ਟ੍ਰੇਨ ਕਰਦੀ ਹੈ। ਮਿਤਾਲੀ ਰਾਣਾ ਹੈ। ਸ਼ੀ ਇਜ਼ ਅਸਿਸਟੈਂਟ ਮਾਸਟਰ ਟ੍ਰੇਨਰ ਇੱਥੇ ਜਿਹੜੇ ਡੌਗਸ ਨੂੰ ਟ੍ਰੇਨ ਕਰਦੀ ਹੈ। ਤੇ ਬਾਕੀ ਜਿਹੜੇ ਹੈਂਡਲਰਸ ਆਉਂਦੇ ਆ ਡਿਫਰੈਂਟ ਸਟੇਟ ਪੁਲਿਸ ਫੋਰਸਸ ਤੋਂ ਜਾਂ ਐਕਸਾਈਜ਼ ਵਾਲਿਆਂ ਤੋਂ, ਉਹਨਾਂ ਨੂੰ ਇੱਥੇ ਟ੍ਰੇਨ ਕਰਦੀ ਹੈ। ਜੀ मैम बहुत बहुत स्वागत है डेली पोस्ट पंजाबी थे। तुसी कित्थों बिलोंग करते हो? थैंक यू। मैं हिमाचल से हो आप? फिर यहाँ कैसे आना हुआ? यहाँ मैं सर के साथ पिछले 8 साल से हूँ, तब से यहीं पे हूँ। जी, लड़कियाँ बहुत कम देखी है इस प्रोफेशन में। हमने एक लड़की के लिए ये सोच भी लेना कि मेरे को इस प्रोफेशन का पार्ट बनना है, यही बहुत बड़ी बात है। तो हाउ डिड इट स्टक योर माइंड? बस मुझे बचपन से ही डॉग्स से बहुत लगाव है। फिर सर के साथ मैं पहले कहीं और काम करती थी, फिर ये स्टार्ट हुआ है तो मुझे डॉग्स के साथ ज़्यादा अटैचमेंट है। और मेरा कुलीग है मयंक शर्मा, वो भी यहाँ पे काम करते थे, तो सर ने ऑफ़र किया कि यहाँ पे डॉग्स है, तुम्हें डॉग्स से लगाव है। मैं सीखना भी चाहती थी, ट्रेनर्स आते थे यहाँ पे, इसलिए तब से मैं यहीं पे ही हूँ। नॉट इवन ओनली इन पंजाब की, भारत में भी लड़कियाँ बहुत कम हैं। तो पेरेंट्स को कोई आपत्ति नहीं? नहीं, बिल्कुल भी नहीं। पेरेंट्स को डॉग पसंद नहीं है, पर मुझे बहुत है। उनको कोई प्रॉब्लम नहीं है, वो प्राउड फील करते हैं कि लड़कियां, आपको पता है इस प्रोफेशन में बहुत ही कम होती हैं जो डॉग्स के साथ काम करती है। मैक्सिमम डॉग्स से डरते ही हैं, बट आई लव डॉग्स। तो सुबह से लेकर शाम तक पूरा दिन आपका शुरुआत भी इन्हीं के साथ होती है, ख़त्म भी बिल्कुल 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 मैम। मैंने खुद भी एक अडॉप्ट किया हुआ है NGO से। मैं उसको, वो घर में रहती है और मैं यहाँ पे कभी कभी लेके आती हूँ। इनके साथ ही शाम को 7-8 बजे तक इन्हीं के साथ होती हूँ यहाँ पे। कौन कौन सी ट्रेनिंग्स देती हैं आप? ये मैम नारकोटिक्स की है, ये एक्सप्लोसिव ट्रेनिंग है, ओबीडियंस होता है इनका, मतलब रिक्वायरमेंट के हिसाब से सभी ट्रेनिंग्स हो जाती हैं। ट्रेनर मयंक ਸਾਡੇ ਨਾਲ ਮੌਜੂਦ ਨੇ। ਬਹੁਤ ਬਾਖੂਬੀ ਤੁਸੀਂ ਆਪਣੇ ਡੌਗ ਨੂੰ ਟ੍ਰੇਨ ਕੀਤਾ ਹੋਇਆ ਹੈ। ਕਿਹੜੀ ਬਰੀਡ ਦਾ ਡੌਗ ਹੈ? ਇਹ ਬੈਲਜੀਅਨ ਮੈਲਨਾਇਜ਼ ਹੈ ਜੀ। ਕਿੰਨੀ ਦੇਰ ਤੋਂ ਟ੍ਰੇਨ ਕਰ ਰਹੇ ਹੋ? ਇਹ ਇਹਦੀ 6 ਮਹੀਨੇ ਟ੍ਰੇਨਿੰਗ ਕੀਤੀ ਸੀਗੀ। ਹੁਣ ਇਹਦੀ ਏਜ ਅਰਾਊਂਡ, ਜਦ ਆਪਾਂ ਟ੍ਰੇਨਿੰਗ ਸਟਾਰਟ ਕਰੀ ਸੀਗੀ ਤਾਂ ਪਹਿਲਾਂ ਤਾਂ ਮੈਂ ਦੱਸ ਦੇਣਾ ਚਾਹੁੰਦਾ, ਇਹਦਾ ਨਾਮ ਹੈਗਾ ਕਰਨਲ। ਓਕੇ। ਤਾਂ ਕਰਨਲ ਦੀ ਜਦ ਆਪਾਂ ਟ੍ਰੇਨਿੰਗ ਸਟਾਰਟ ਕਰੀ ਸੀਗੀ ਉਸ ਟਾਈਮ ਇਹ 45 ਡੇਜ਼ ਦਾ ਸੀਗਾ, ਔਰ 6 ਮਹੀਨੇ ਦੀ ਟ੍ਰੇਨਿੰਗ ਚੱਲੀ ਹੈ। ਨਾਓ ਹੀ ਇਜ਼ ਅਰਾਊਂਡ 2 ਇਅਰਸ।
ਨਾਓ ਹੀ ਇਜ਼ ਅਰਾਊਂਡ 2 ਇਅਰਸ ਬਟ ਇਨ ਦ ਬੈਸਟ ਥਿੰਗ ਇਜ਼ ਐਨਰਜੈਟਿਕ ਬਹੁਤ ਹੈ। ਬਹੁਤ ਜ਼ਿਆਦਾ ਇਹ ਬਰੀਡ ਹੀ ਇੰਨੀ ਮੈਮ ਐਨਰਜੈਟਿਕ ਹੈਗੀ ਹੈ ਕਿ ਹੁਣ ਤੁਸੀਂ ਦੇਖਿਆ ਮੈਂ ਤੁਹਾਡੇ ਆਉਣ ਤੋਂ ਪਹਿਲਾਂ ਆਪਣਾ 7 ਵਜੇ ਦਾ 6:30 ਵਜੇ ਦਾ ਸੈਸ਼ਨ ਸਟਾਰਟ ਹੋਇਆ ਵਾ ਸੀਗਾ ਔਰ ਆਪਾਂ 10 ਵਜੇ ਤੱਕ ਪੂਰਾ ਮਤਲਬ ਕਿ ਐਨ ਚੰਗੀ ਤਰ੍ਹਾਂ ਬਾਰਿਸ਼ 'ਚ ਵੀ ਕੰਮ ਕੀਤਾ ਦੈਨ ਤੁਸੀਂ ਆਏ ਆ ਫਿਰ ਹਲੇ ਵੀ ਜੋ ਮਰਜ਼ੀ ਕਰਵਾ ਲਓ ਦੇ ਹੈਵ ਲਾਈਕ ਦੇ ਹੈਵ ਅਬੰਡੈਂਸ ਆਫ એનર્ਜੀ ਇਹਨਾਂ ਨੂੰ ਜਿੰਨੀ ਮਰਜ਼ੀ ਦੇਰ ਕੰਮ ਕਰਾਓ। ਕੋਈ Colonel, ਕਮਾਂਡ ਦੋਗੇ stand. ਤੁਸੀਂ? ਫੁਈ ਸਟੈਂਡ ਗੁੱਡ ਬॉय ਅਪ ਫੋਰਸ ਪ੍ਰੋਪਰ ਸਟੇ ਇਹ ਇਸ ਬਰੀਡ ਦੀ ਖਾਸੀਅਤ ਕੀ ਹੈ? ਮੈਮ ਜਿਵੇਂ ਕਿ ਲੈਬ ਹੋ ਗਿਆ ਜਰਮਨ ਸ਼ੈਫਰਡ ਹੋ ਗਿਆ ਇਹ ਮੈਕਸਿਮਮ 1 ਘੰਟਾ ਕੰਟੀਨਿਊ ਕੰਮ ਕਰ ਸਕਦੇ ਆ ਬਟ ਇਹ ਬਰੀਡ ਇਹੋ ਜਿਹੀ ਹੈ ਕਿ ਅਗਰ ਇੱਕ ਪਾਸੇ ਤੁਸੀਂ ਫੂਡ ਰੱਖੋ ਇੱਕ ਪਾਸੇ ਬਾਲ ਰੱਖੋ ਔਰ ਇੱਕ ਪਾਸੇ ਤੁਸੀਂ ਕੁਝ ਵੀ ਮਤਲਬ ਕਿ ਬਾਈਟ ਵਰਕ ਰੱਖ ਦਿਓ ਇਹਨਾਂ ਦੀ ਫਸਟ ਪ੍ਰੈਫਰੈਂਸ ਹੋਗੀ ਬਾਈਟ ਸੈਕੰਡ ਪ੍ਰੈਫਰੈਂਸ ਹੋਗੀ ਬਾਲ ਥਰਡ ਪ੍ਰੈਫਰੈਂਸ ਇਹਨਾਂ ਦੀ ਫੂਡ ਹੈ ਸੋ ਇਹਨਾਂ ਨੂੰ 24 ਘੰਟੇ ਇਹਨਾਂ ਦਾ ਮਤਲਬ ਕਿ ਹੈ ਹੀ ਐਵੇਂ ਮਤਲਬ ਕਿ ਬਿਲਟ ਅਪ ਹੀ ਐਵੇਂ ਦਾ ਇਸੀ ਕਰਕੇ ਇਹ ਮਤਲਬ ਕਿ ਵਰਲਡ ਦੀ ਬੈਸਟ ਬਰੀਡ ਮੰਨੀ ਜਾਂਦੀ ਹੈ ਫॉर ਵਰਕਿੰਗ ਲਾਈਨ ਡੌਗਸ। ਹਾਂਜੀ ਤੇ ਸਾਰਾ ਟਾਈਮ ਇਹ ਤੁਹਾਡੇ ਨਾਲ ਹੀ ਰਹਿੰਦੇ ਦੇ ਹੈਵ ਅ ਪਾਰਟਿਕੂਲਰ ਟ੍ਰੇਨਰ? ਹਾਂ ਯੈਸ ਮੈਂ ਇਹਦਾ ਹੈਡ ਮਾਸਟਰ ਹਾਂ ਬੇਸਿਕਲੀ ਸੋ ਇਹ ਬਰੀਡ ਦਾ ਇਹ ਹੁੰਦਾ ਕਿ ਦੇ ਨੀਡ ਅ ਅਲਫਾ ਮਾਸਟਰ ਮਤਲਬ ਕਿ ਜੋ ਇਹਨਾਂ ਨੂੰ ਪ੍ਰੋਪਰ ਕਮਾਂਡ ਕਰ ਸਕੇ ਕਿਉਂਕਿ ਨੋਟੇਰੀਅਸ ਵੀ ਬਹੁਤ ਹੁੰਦੇ ਆ ਇਹ ਔਰ ਇਹਨਾਂ ਨੂੰ ਪ੍ਰੋਪਰ ਟਾਈਮ ਤੇ ਪ੍ਰੋਪਰ ਕਮਾਂਡਸ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਕੰਮ ਬਹੁਤ ਜ਼ਿਆਦਾ ਕਰਵਾਉਣਾ ਪੈਂਦਾ ਕੰਮ ਬਹੁਤ ਜ਼ਿਆਦਾ ਹਾਂ ਨਹੀਂ ਤਾਂ ਇਹ ਬਹੁਤ ਜ਼ਿਆਦਾ ਐਗਰੈਸਿਵ ਹੋ ਜਾਂਦੇ ਆ ਹੁਣ ਵੀ ਜਿਵੇਂ ਤੁਸੀਂ ਮੇਰੇ ਨਾਲ ਖੜੇ ਆ ਕੋਈ ਪ੍ਰੋਬਲਮ ਨਹੀਂ ਹੈਗੀ ਦ ਮੂਮੈਂਟ ਯੂ ਗੋਨਾ ਅਟੈਕ ਮੀ ਫਿਰ ਉਹ ਮਤਲਬ ਕਿ ਇਹਨੇ ਮੇਰੀ ਕਮਾਂਡ ਵੀ ਨਹੀਂ ਲੈਣੀ ਫਿਰ ਇਹ ਖੁਦ ਹੀ ਅਟੈਕ ਕਰ ਦੂਗਾ ਦ ਮੂਮੈਂਟ ਆਈ ਟੱਚ ਯੂ ਤਾਂ ਮੈਂ ਗਈ। ਹਾਂਜੀ ਨਹੀਂ ਐਵੇਂ ਨਹੀਂ ਮਤਲਬ ਕਿ ਲਾਈਕ ਟੱਚ ਕਰਨਾ ਲਾਈਕ ਵੀ ਕੈਨ ਹੈਵ ਅ ਹੈਂਡਸ਼ੇਕ ਔਰ ਕੁਝ ਵੀ ਬਟ ਲਾਈਕ ਇਹਨਾਂ ਨੂੰ ਅਟੈਕ ਦਾ ਪਤਾ ਹੈ ਕਿ ਹਾਂ ਮੂਮੈਂਟ ਯੂ ਗੋਨਾ ਹਿੱਟ ਮੀ ਕਿ ਜਿਸ ਮੂਮੈਂਟ ਤੇ ਤੁਸੀਂ ਮੈਨੂੰ ਮਾਰਨ ਦੀ ਕੋਸ਼ਿਸ਼ ਕਰੋਗੇ ਉਹ ਮੂਮੈਂਟ ਦਾ ਪਤਾ ਹੈ ਇਹਨਾਂ ਨੂੰ। ਕੋਈ ਕਮਾਂਡ ਦੋਗੇ? ਹਾਂਜੀ ਹਾਂਜੀ ਕਹਿੰਦਾ ਗੁੱਬਾ ਹੱਪ ਮਰਨਾ ਨਹੀਂ। Good boy. Turn. Good boy. Stand. Stay. Sit. Good boy. ਰਨਿੰਗ ਐਂਡ ਵਾਕਿੰਗ ਵੀ ਇਦਾਂ ਹੀ ਕਰ ਲੈਂਦੇ ਆ ਹਾਂਜੀ ਕਮਾਂਡ ਤੇ? ਹਾਂਜੀ ਹਾਂਜੀ ਵਾਕ ਕਰ ਵਾਲੀ? ਹਾਂਜੀ ਫੁੱਸ ਫੁੱਸ ਹੈ ਫੁੱਸ ਇਹ ਜੀ ਕਮ ਸਿਟ ਸਟੇ ਲੀਵ ਇਟ ਮਤਲਬ ਜਿੱਥੇ ਮਾਸਟਰ ਨੇ ਬੈਂਡ ਲਈ ਕਹਿਤਾ ਉੱਥੇ ਹੀ ਬੈਠੇ ਰਹਿਣਗੇ? ਹਾਂਜੀ ਕਿੰਨੇ ਘੰਟੇ ਇਸੇ ਪੋਜੀਸ਼ਨ 'ਚ ਸਪੋਜ਼ ਤੁਸੀਂ ਉਹਨੂੰ ਕੋਈ ਕਮਾਂਡ ਦੇ ਦਿਓ ਤਾਂ ਫਿਰ ਕਿੰਨੀ ਘੰਟੇ ਉਸੇ ਪੋਜੀਸ਼ਨ 'ਚ ਬੈਠੇ ਰਹਿਣਗੇ? ਮੈਮ ਇਹ ਤੁਹਾਡਾ ਤੁਸੀਂ ਸਟੈਮਿਨਾ ਦੇਖੋ ਤੁਸੀਂ ਮੇਰੇ ਕੋਲ ਕਿੰਨੀ ਦੇਰ ਖੜੇ ਹੋ ਸਕਦੇ ਆ ਉਨੀ ਦੇਰ ਤੱਕ ਉਹ ਡੌਗ ਨਹੀਂ ਹਿੱਲੂਗਾ ਲੇਕਿਨ ਹੁਣ ਚਾਹੇ ਤੁਸੀਂ 2 ਘੰਟੇ ਖੜੇ ਰਹੋ ਡੌਗ ਨਹੀਂ ਹਿੱਲੂਗਾ ਉੱਥੇ ਤੋਂ। ਤੁਸੀਂ ਜਦ ਸਟਾਰਟਿੰਗ 'ਚ ਤੁਸੀਂ ਆਏ ਸੀਗੇ ਉਹ ਬਾਰਿਸ਼ 'ਚ ਪਾਣੀ ਦੇ ਵਿੱਚ ਵੀ ਬੈਠਾ ਸੀਗਾ ਇੱਕ ਕਮਾਂਡ ਦਿੱਤੀ ਸੀਗੀ ਮੈਂ ਸਾਈਡ ਤੇ ਖੜਾ ਸੀਗਾ ਉਹ ਨਹੀਂ ਹਿੱਲਿਆ ਉਹ ਸਿਰਫ ਮੇਰੇ ਕਨੀ ਦੇਖਦਾ ਰਿਹਾ ਕਿ ਮੇਰੀ ਨੈਕਸਟ ਕਮਾਂਡ ਕੀ ਹੋਊਗੀ। ਹੁਣ ਵੀ ਵੈਸੇ ਬਾਰਿਸ਼ ਪੈ ਰਹੀ ਹੈ ਥੋੜੀ ਥੋੜੀ ਔਰ ਉਹਨੇ ਮੈਨੂੰ ਦੇਖੀ ਜਾਣਾ ਕਿ ਮੈਂ ਕਰਦਾ ਕੀ ਹੈ ਕਿ ਮੈਂ ਕੀ ਕਮਾਂਡ ਦਿੰਦਾ ਕੀ ਨਹੀਂ ਦਿੰਦਾ ਉਹਨੇ ਜਦ ਤੱਕ ਉਵੇਂ ਹੀ ਬੈਠਾ ਰਹਿਣਾ ਆਪਣਾ ਉੱਥੇ। ਤਾਂ ਹੁਣ ਤੁਹਾਡੇ ਹਵਾਲੇ ਹੈ ਤੁਹਾਡੇ ਨਾਲ ਰਹਿੰਦੇ ਆ ਜਦੋਂ ਇਹਨਾਂ ਨੂੰ ਕੋਈ ਕਿਤੇ ਹੋਰ ਦੇਣਾ ਹੋਏਗਾ ਤਾਂ ਫਿਰ ਮਾਸਟਰ ਕਿਵੇਂ ਚੇਂਜ ਹੁੰਦਾ ਹੈ ਮਤਲਬ ਹਾਊ ਡੂ ਦੇ ਗੈਟ ਕੰਫਰਟੇਬਲ? ਬੇਸਿਕਲੀ ਕੀ ਹੁੰਦਾ ਹੈ, ਇੱਥੇ ਸਵੇਰੇ ਨਾ ਮਤਲਬ ਕਿ ਸਾਡੇ ਹੀਟ ਵਾਲੀ ਫੀਮੇਲ ਸੀਗੀ ਜੋ ਹੀਟ ਸਾਈਕਲ ਦੇ ਵਿੱਚ ਹੈਗੀ ਸੀ ਕਰਨਲ ਸਿਟ ਸਟੇ ਲੀਵ ਇਟ ਬੇਸਿਕਲੀ ਕੀ ਹੈ ਮੈਮ ਜਦ ਟ੍ਰੇਨਿੰਗ ਸਟਾਰਟ ਹੁੰਦੀ 45 ਡੇਜ਼ ਤੋਂ ਪੱਪ ਦੀ ਉਹਦੇ ਵਿੱਚ ਕੀ ਹੁੰਦਾ ਕਿ ਫਸਟ ਆਫ ਆਲ ਆਪਾਂ 8 ਵੀਕਸ ਖੁਦ ਇਹਨਾਂ ਦੀ ਇੰਪ੍ਰਿੰਟਿੰਗ ਕਰਾਉਂਦੇ ਆ ਜਿਹਦੇ ਵਿੱਚ ਬੇਸਿਕ ਓਬੀਡੀਐਂਸ ਹੋ ਗਿਆ ਤੇ ਸੈਂਟ ਬਾਰੇ ਨੌਲੇਜ ਜਿਵੇਂ ਹੁਣ ਤੁਸੀਂ ਆ ਦੇਖਿਆ ਸੀਗਾ ਲਾਨ ਬਾਰੇ ਤਾਂ ਇਹਨਾਂ ਨੂੰ ਪਹਿਲਾਂ ਅਸੀਂ ਦੱਸਦੇ ਕਿ ਕਿਆ ਚੀਜ਼ ਸਮੈਲ ਕਰਨੀ ਹੈ ਤੇ ਕਿਵੇਂ ਤੁਸੀਂ ਮਤਲਬ ਕਿ ਉਹ ਕਰਨਾ ਕਿ ਕਿਆ ਉਹਦੇ ਬਾਅਦ ਰਿਐਕਸ਼ਨ ਦੇਣਾ ਤੁਸੀਂ ਉਸ ਤੋਂ ਬਾਅਦ ਤੁਸੀਂ ਦੇਖਿਆ ਫਿਰ 8 ਵੀਕਸ ਤੋਂ ਬਾਅਦ 9th ਵੀਕ ਦੇ ਵਿੱਚ ਸਾਡਾ ਹੈਂਡਲਰ ਹੇ ਫੁਈ ਹੱਪ ਹੱਪ ਲੱਚ ਤਾਂ 9th ਵੀਕ ਦੇ ਵਿੱਚ ਸਾਡੇ ਮਤਲਬ ਕਿ ਹੈਂਡਲਰਸ ਆ ਜਾਂਦੇ ਹੈਗੇ ਆ ਜਿਹੜੇ ਵੀ ਜਿਵੇਂ ਹੁਣ ਸਾਡੇ ਕੋਲ ਸਿੱਕਮ ਪੁਲਿਸ ਆਈ ਵੀ ਹੈ ਇਹਨਾਂ ਵਿੱਚੋਂ ਕੁਝ ਜੇਲ੍ਹ ਹਰਿਆਣਾ ਜੇਲ੍ਹ ਡਿਪਾਰਟਮੈਂਟਸ ਦੇ ਹੈਗੇ ਆ ਤੇ ਕੁਝ ਪੰਜਾਬ ਐਕਸਾਈਜ਼ ਵਾਸਤੇ ਤਿਆਰ ਹੋ ਰਹੇ ਆ ਫਿਰ 9th ਵੀਕ ਤੋਂ ਲੈ ਕੇ ਫਿਰ 8 ਵੀਕ ਤੋਂ ਲੈ ਕੇ 12 ਵੀਕਸ ਤੱਕ ਉਹਨਾਂ ਦੇ ਨਾਲ ਮੇਰਿੰਗ ਅਪ ਹੁੰਦੀ ਹੈ ਇਹਨਾਂ ਦੇ ਹੈਂਡਲਰਸ ਜੋ ਅੱਗੇ ਡਿਊਟੀ ਕਰਨਗੇ ਜਾ ਕੇ ਔਰ ਉਸ ਤੋਂ ਬਾਅਦ ਆਫਟਰ ਯੂ ਕੈਨ ਸੇ 12th ਵੀਕ ਇਹ ਮਤਲਬ ਕਿ ਦੇ ਆਰ ਰੈਡੀ ਟੂ ਗੋ ਇਨ ਦਾ ਫੀਲਡ। ਤੁਹਾਨੂੰ ਕਦੀ ਡਰ ਨਹੀਂ ਲੱਗਿਆ ਸੀਗਾ ਬਿਫੋਰ ਕਮਿੰਗ ਹੇਅਰ? ਨਹੀਂ ਮੈਮ ਮੈਂ ਸਟਾਰਟਿੰਗ ਤੋਂ ਹੀ ਮਤਲਬ ਕਿ ਮੈਂ ਸਟਾਰਟਿੰਗ ਤੋਂ ਹੀ ਬੇਸਿਕਲੀ ਆਪਣੇ ਘਰੇ ਡੌਗ ਰਹੇ ਹੈ
ਤਾਂ ਕਦੀ ਐਵੇਂ ਡਰ ਨਹੀਂ ਲੱਗਿਆ। ਮਤਲਬ ਕਿ ਇਹਨਾਂ ਨਾਲ ਰਹਿਣਾ ਮੈਂ ਜ਼ਿਆਦਾ ਪਸੰਦ ਕਰਦਾ ਰੈਦਰ ਦੈਨ ਸਪੈਂਡਿੰਗ ਟਾਈਮ ਵਿਦ ਹਿਊਮਨ ਬੀਇੰਗਸ, ਕਿਉਂਕਿ ਅਗਰ ਆਪਾਂ ਇਹਨਾਂ ਨੂੰ ਮਤਲਬ ਕਿ 10% ਪਿਆਰ ਦਵਾਂਗੇ ਤਾਂ ਇਹ ਆਪਾਂ ਨੂੰ ਮਤਲਬ ਕਿ 100% ਉਹਦਾ ਇਨ ਰਿਟਰਨ ਦਵਾਂਗੇ ਐਂਡ 1000% ਰਿਸਪੈਕਟ ਦਵਾਂਗੇ। ਮਤਲਬ ਕਿ ਬੇਸਿਕਲੀ ਅੱਜ ਮੈਂ ਜੋ ਵੀ ਹੈਗਾ ਇਹਦੇ 'ਚ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਬੜਾ ਹੱਥ ਕਰਨਲ ਦਾ ਵੀ ਹੈਗਾ। ਮਯੰਕ, ਤੁਸੀਂ ਸਾਨੂੰ ਦੱਸੋ ਕਿ ਕਿਹੜੇ ਡੌਗਸ ਕਿਹੜੀ ਬਰੀਡ ਦੇ ਹੈ, ਕਿੱਥੇ ਕਿੱਥੇ ਇਹਨਾਂ ਨੂੰ ਟ੍ਰੇਨ ਕਰਕੇ ਭੇਜਿਆ ਜਾਏਗਾ? ਬਿਲਕੁਲ ਮੈਮ, ਇਹ ਸਭ ਤੋਂ ਪਹਿਲਾਂ ਇਹ ਜਰਮਨ ਸ਼ੈਫਰਡ ਬਰੀਡ ਹੈ ਜੀ। ਇਹ ਐਕਸਪਲੋਸਿਵ ਟ੍ਰੇਨਿੰਗ ਦੇ ਵਿੱਚ ਅੱਜਕੱਲ ਹੈਗਾ। ਇਹ ਹੁਣ ਡਿਪਲੋਏ ਹੋਣਾ ਹੈਗਾ ਸਿੱਕਮ ਪੁਲਿਸ ਵਾਸਤੇ। ਦੈਨ ਉਸ ਤੋਂ ਬਾਅਦ ਇਹ ਅੱਗੇ ਆ ਗਿਆ ਆਪਣਾ ਮੈਮ ਲੈਬ ਹੈ, ਫੀਮੇਲ ਹੈ। ਇਹ ਆਪਣੀ ਇਸ ਟਾਈਮ ਹਰਿਆਣਾ ਜੇਲ੍ਹ ਵਾਸਤੇ ਤਿਆਰ ਹੋ ਰਹੀ ਹੈ। ਉਸ ਤੋਂ ਬਾਅਦ ਇਹ ਮੈਮ ਆ ਗਈ ਅੱਗੇ ਬੈਲਜੀਅਨਸ ਹੀ ਆ ਗਏ। ਜਿਵੇਂ ਹੁਣ ਕਰਨਲ ਹੈ ਤਾਂ ਉਹਦੀ ਐਡਵਾਂਸ ਸਟੇਜ ਬੇਸਿਕਲੀ ਆ ਗਈ ਕਿ ਇਹ ਹੁਣ ਆਪਣੀ ਨਾਰਕੋਟਿਕਸ ਤੇ ਲਾਨ ਦੇ ਉੱਪਰ ਤਿਆਰ ਹੋ ਰਹੀ ਹੈ। ਉਸ ਤੋਂ ਬਾਅਦ ਇਹ ਆਪਣਾ ਆ ਗਿਆ ਜਿਹਨੇ ਤੁਹਾਨੂੰ ਕੰਮ ਕਰਕੇ ਦਿਖਾਇਆ ਸੀਗਾ ਲਾਨ ਤੇ ਉੱਤੇ, ਇਹ ਵੀ ਲੈਬ ਹੈਗਾ। ਉਸ ਤੋਂ ਬਾਅਦ ਇਹ ਅੱਗੇ ਆ ਗਈ ਫਿਰ ਆਪਣੀ ਫੀਮੇਲ ਬੈਲਜੀਅਮ ਮੈਲਨੋਇਜ਼ ਹੈ। ਇਹ ਵੀ ਆਪਣੀ ਨਾਰਕੋਟਿਕਸ ਤੇ ਤਿਆਰ ਹੋ ਰਹੀ ਹੈ। ਅਗੇਨ ਮੈਮ ਇਹ ਲੈਬ ਆ ਗਿਆ। ਇਹ ਸਿੱਕਮ ਪੁਲਿਸ ਵਾਸਤੇ ਐਜ਼ ਐਕਸਪਲੋਸਿਵ ਡੌਗ ਤਿਆਰ ਹੋ ਰਿਹਾ। ਉਸ ਤੋਂ ਬਾਅਦ ਇਹ ਆ ਗਿਆ ਮੈਮ ਆਪਣਾ ਬਲੈਕ ਬੈਲਜੀਅਮ ਦੇ ਵਿੱਚ। ਇਹ ਇਸ ਟਾਈਮ ਜੇਲ੍ਹ ਵਾਸਤੇ ਤਿਆਰ ਹੋ ਰਿਹਾ, ਨਾਰਕੋਟਿਕਸ ਪਲੱਸ ਫੋਨ ਡਿਟੈਕਸ਼ਨ ਵਾਸਤੇ। ਤੇ ਅੱਗੇ ਕੰਟੀਨਿਊਸਲੀ ਲੈਬ, ਬੈਲਜੀਅਨ, ਅਗੇਨ ਇਹ ਬੈਲਜੀਅਨ, ਇਹ ਲੈਬ, ਇਹ ਵੀ ਲੈਬ, ਇਹ ਸਾਰੇ ਹਰਿਆਣਾ ਜੇਲ੍ਹ ਵਾਸਤੇ ਤਿਆਰ ਹੋ ਰਹੇ। ਇਹਨਾਂ ਨੂੰ ਕਮਾਂਡ ਵੀ ਨਾਲ ਦੇ ਨਾਲ ਦੇਣੀ ਪੈਂਦੀ? ਬਿਲਕੁਲ ਬਿਲਕੁਲ ਬਿਲਕੁਲ। ਹੁਣ ਵੀ ਜਿਵੇਂ ਉਹਨਾਂ ਨੇ ਕਮਾਂਡ ਦੇ ਕੇ ਉਹਨਾਂ ਨੂੰ ਸੈੱਟ ਕਰਵਾਇਆ ਵਾ ਹੈਗਾ। ਹੁਣ ਜਦ ਤੱਕ ਇਹ ਹੈਂਡਲਰ ਨਾਲ ਹੈਗਾ, ਜਦ ਤੱਕ ਇਹਨਾਂ ਨੂੰ ਨੈਕਸਟ ਕਮਾਂਡ ਨਹੀਂ ਮਿਲਦੀ ਤਾਂ ਇਹਨਾਂ ਨੂੰ ਉਸ ਚੀਜ਼ ਨੂੰ ਓਬੇ ਕਰਨਾ ਪੈਣਾ। ਨਹੀਂ ਤਾਂ ਜਿਵੇਂ ਨਹੀਂ ਓਬੇ ਕਰਦੇ ਤਾਂ ਹੁਣ ਇਹਨਾਂ ਦੇ ਇਸ ਟਾਈਮ ਫਾਊਂਡੇਸ਼ਨ ਹੋ ਰਹੀ ਹੈ ਬੇਸਿਕਲੀ। ਅਗਰ ਉਹ ਨਹੀਂ ਕਮਾਂਡ ਫੋਲੋ ਕਰਦੀ ਤਾਂ ਨਾਲ ਦੀ ਨਾਲ ਕਰੈਕਸ਼ਨ ਹੁੰਦੀ ਹੈ, ਤਾਂ ਡੌਗ ਨੂੰ ਪਤਾ ਲੱਗਦਾ ਕਿ ਹਾਂ ਇਹ ਚੀਜ਼ ਮੈਂ ਗਲਤ ਨਹੀਂ ਕਰਨੀ ਹੈਗੀ। ਤਾਂ ਅੱਜ ਅਸੀਂ ਤੁਹਾਨੂੰ ਲੈ ਕੇ ਪਹੁੰਚੇ ਭਾਰਤ ਦੀ ਅਜਿਹੀ ਥਾਂ ਜਿੱਥੇ ਵੱਖ-ਵੱਖ ਤਰੀਕੇ ਦੇ ਨਾਲ ਡੌਗਸ ਨੂੰ ਟ੍ਰੇਨ ਕੀਤਾ ਜਾਂਦਾ ਹੈ ਤੇ ਵੱਖ-ਵੱਖ ਥਾਵਾਂ ਤੇ ਭੇਜਿਆ ਜਾਂਦਾ ਹੈ। ਨਾ ਕਿ ਸਿਰਫ ਭਾਰਤ ਵਿੱਚ ਪਰ ਭਾਰਤ ਦੇ ਬਾਹਰ ਵੀ ਪੂਰੇ ਵਰਲਡ ਵਿੱਚ ਡੌਗਸ ਨੂੰ ਇੱਥੋਂ ਟ੍ਰੇਨ ਕਰਕੇ ਹੀ ਭੇਜਿਆ ਜਾਂਦਾ ਹੈ। ਤਾਂ ਉਮੀਦ ਹੈ ਪੇਸ਼ਕਸ਼ ਤੁਹਾਨੂੰ ਪਸੰਦ ਆਈ ਹੋਵੇਗੀ। ਸਹਿਯੋਗੀ ਸਾਥੀ ਵਿੱਕੀ ਦੇ ਨਾਲ ਜਸਨੂਰ ਤਵਨ, ਡੇਲੀ ਪੋਸਟ ਪੰਜਾਬੀ, ਡੇਰਾ ਬੱਸੀ।